पहला पानी जियो है, जित भरिया सब कोई। पानी नहीं तो जीवन नहीं। ਅੱਜ ਦੁਨੀਆ ਦੇ ਵਿੱਚ ਸਭ ਤੋਂ ਵੈਲਿਊਏਬਲ ਜਿਹੜੀ ਚੀਜ਼ ਆ ਉਹ ਪਾਣੀ ਹੈ। ਯੂਐਨਓ ਦੀ ਰਿਪੋਰਟ ਆ ਵੀ ਦੀ ਬੇਸਿਸ ਆਫ ਫਿਊਚਰ ਵਾਰਸ ਅਮੰਗਸ ਦੀ ਨੇਸ਼ਨਸ ਵੁੱਡ ਬੀ ਪੋਰਟੇਬਲ ਵਾਟਰ ਨਾਟ ਆਇਲ। ਤੇ ਪੰਜਾਬ ਕੋਲੇ ਇੱਕੋ ਹੀ ਨੈਚੁਰਲ ਰਿਸੋਰਸ ਸੀਗਾ ਪਾਣੀ, ਤੇ ਉਹ ਵੀ ਸਾਡੇ ਤੋਂ ਖੋਹ ਲਿਆ। It's an ideology. ਪੰਜਾਬ ਬਹੁਤ ਜਲਦੀ ਡੈਜ਼ਰਟ 'ਚ ਕਨਵਰਟ ਹੋ ਜਾਏਗਾ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਅੱਜ ਰੇਗਿਸਤਾਨ ਬਣਨ ਦੇ ਕਿਨਾਰੇ ਤੇ ਖੜੀ ਆ। ਪੰਜਾਬ ਦੇ ਕੁੱਲ 138 ਬਲਾਕਾਂ ਵਿੱਚੋਂ 111 ਬਲਾਕਾਂ ਦਾ ਧਰਤੀ ਹੇਠਲਾ ਪਾਣੀ ਲਗਭਗ ਖਤਮ ਆ। ਨਾਸਾ ਵਰਗੇ ਦੁਨੀਆ ਦੇ ਨਾਮਵਰ ਅਦਾਰਿਆਂ ਨੇ ਇਹ ਸਾਫ਼ ਕਹਿਤਾ ਕਿ ਪੰਜਾਬ ਕੋਲ ਹੁਣ ਬਸ ਗਿਣਤੀ ਦੇ ਸਾਲਾਂ ਦਾ ਪਾਣੀ ਬਚਿਆ। ਪੰਜਾਬੀ ਸੱਭਿਅਤਾ ਦੀ ਹੋਂਦ ਅੱਜ ਖਤਰੇ 'ਚ ਆ। ਹੁਣ ਸਵਾਲ ਇਹ ਨਹੀਂ ਕਿ ਕੀ ਪੰਜਾਬ ਰੇਗਿਸਤਾਨ ਬਣ ਜੂ ਕਿ ਨਹੀਂ, ਹੁਣ ਤਾਂ ਗੱਲ ਸਿਰਫ ਇੰਨੀ ਕਾ ਕਿ ਕਿੰਨਾ ਕੁ ਸਮਾਂ ਰਹਿ ਗਿਆ। ਪੰਜਾਬੀਆਂ ਨੂੰ ਤਾਂ ਸ਼ਾਇਦ ਇਹ ਅੰਦਾਜ਼ਾ ਹੀ ਨਹੀਂ ਕਿ ਉਹਨਾਂ ਨਾਲ ਕੀ ਹੋਣ ਵਾਲਾ। ਪੰਜ ਦਰਿਆਵਾਂ ਦੀ ਧਰਤੀ ਮਾਰੂਥਲ ਬਣ ਜੂ। ਇਹ ਕਿਵੇਂ ਹੋ ਗਿਆ? ਕੌਣ ਜ਼ਿੰਮੇਵਾਰ ਹੈ ਇਸ ਲਈ? ਇਸ ਬੁਝਾਰਤ ਨੂੰ ਸਮਝਣ ਲਈ ਸਾਨੂੰ 70 ਸਾਲ ਪਿੱਛੇ ਇਹਦੀਆਂ ਜੜ੍ਹਾਂ 'ਚ ਜਾਣਾ ਪੈਣਾ। ਤੇ ਪੰਜਾਬ ਦੀ ਇਸ ਬਰਬਾਦੀ ਦੀ ਕਹਾਣੀ ਤਾਂ ਅਖੌਤੀ ਆਜ਼ਾਦੀ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ। 1947 ਮੈਂ ਇਹਨੂੰ ਆਜ਼ਾਦੀ ਨਹੀਂ ਕਹਿੰਦਾ। 1947 ਦੀ ਜਿਹੜੀ ਪੋਜੀਸ਼ਨ ਆ ਉਹ ਅੰਗਰੇਜ਼ਾਂ ਨੇ ਆਪ ਹੀ ਡਿਫਾਈਨ ਕੀਤੀ ਹੈ, ਟਰਾਂਸਫਰ ਆਫ ਪਾਵਰ। ਇੱਕ ਤਾਕਤ ਇੱਕ ਹੱਥ ਤੋਂ ਦੂਜੇ ਹੱਥ ਵਿੱਚ ਦਿੱਤੀ ਗਈ ਔਰ ਉਸ ਸਿਲਸਿਲੇ ਦੇ ਵਿੱਚ ਸਿੱਖਾਂ ਦੀ ਟੋਟਲ ਆਬਾਦੀ ਦਾ 2.5% ਜਿਹੜਾ ਬੰਦਾ ਮਾਰਿਆ ਗਿਆ। 40% ਸਾਡਾ ਸਿੱਖ ਜਗਤ ਉਜੜ ਗਿਆ। ਕਿਸੇ ਕੌਮ ਦਾ 40% ਬੰਦਾ ਉਜੜ ਜਾਵੇ ਔਰ ਉਹ ਸੜਕਾਂ ਤੇ ਆ ਕੇ ਬੈਠ ਜੇ, ਉਹਨੂੰ ਰਹਿਣ ਨੂੰ ਕੋਈ ਜਗ੍ਹਾ ਨਾ ਹੋਵੇ, ਖਾਣ ਨੂੰ ਕੁਛ ਨਾ ਹੋਵੇ, ਪਹਿਨਣ ਨੂੰ ਕੁਛ ਨਾ ਹੋਵੇ, ਤੁਸੀਂ ਉਸ ਦੀ ਦੁਰਦਸ਼ਾ ਦਾ ਅੰਦਾਜ਼ਾ ਲਾ ਸਕਦੇ ਹੋ। ਇੰਨਾ ਅਨਿਆਏ। ਫਿਰ ਜਿਹੜੇ ਉਸ ਏਰੀਆ ਦੇ ਵਿੱਚੋਂ ਪੱਛਮੀ ਪੰਜਾਬ ਵਿੱਚੋਂ ਭਾਵ ਪਾਕਿਸਤਾਨ ਵਿੱਚੋਂ ਉੱਠ ਕੇ ਇਸ ਪਾਸੇ ਆਏ 47 ਦੇ ਵਿੱਚ ਉਹਨਾਂ ਦੇ ਨਾਲ ਕੀ ਹੋਣੀ ਬੀਤੀ। ਤਾਂ ਉਸ ਵਕਤ ਨਹਿਰੂ ਦੀ ਇਹ ਸਟੇਟਮੈਂਟ ਸੀ ਜਦੋਂ ਇੱਥੋਂ ਦੇ ਗਵਰਨਰ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਬਈ ਇਹਨਾਂ ਨੂੰ ਦਿੱਲੀ ਦੇ ਚੁਫੇਰੇ 4-5 ਕਲੋਨੀਆਂ ਐਸੀਆਂ ਵਸਾ ਦਿੰਦੇ ਆ ਜਿੱਥੇ 5-5 ਲੱਖ ਜਿਹੜੇ ਉੱਥੋਂ ਉੱਜੜ ਕੇ ਆਏ ਲੋਕ ਨੇ ਉਹਨਾਂ ਨੂੰ ਦਿੱਲੀ ਦੇ 20-20 ਕਿਲੋਮੀਟਰ ਦੇ ਏਰੀਏ ਵਿੱਚ ਵਸਾ ਦਿੱਤਾ ਜਾਵੇ। ਤਾਂ ਨਹਿਰੂ ਨੇ ਨੱਕ ਚੜਾਉਂਦੇ ਹੋਏ ਕਿਹਾ ਸੀ ਕਿ ਇਹਨਾਂ ਨੂੰ ਦਿੱਲੀ ਤੋਂ 200-200 ਕਿਲੋਮੀਟਰ ਦੂਰ ਹੀ ਰੱਖ। ਪੰਜਾਬੀਆਂ ਦੇ ਵਿਹੜਿਆਂ 'ਚੋਂ ਤਾਂ ਹਲੇ 70 ਨਹੀਂ ਸੀ ਚੁੱਕੇ ਗਏ ਜਦੋਂ ਭਾਰਤ ਸਰਕਾਰ ਨੇ ਪੰਜਾਬ ਦੇ ਉਜਾੜੇ ਦਾ ਮੁੱਢ ਬੰਨ੍ਹਤਾ ਸੀ, ਪੰਜਾਬ ਦੇ ਦਰਿਆਵਾਂ ਨੂੰ ਲੁੱਟਣ ਦੇ ਮਾਸਟਰ ਪਲਾਨ ਦੇ ਨਾਲ। ਜੇ 47 ਤੋਂ ਪਹਿਲਾਂ ਪੰਜਾਬ ਦਾ ਕੋਈ ਪਾਣੀ ਬਾਹਰ ਜਾਂਦਾ ਸੀ ਤਾਂ ਉਹ ਸਿਰਫ ਬੀਕਾਨੇਰ ਨੂੰ ਜਾਂਦਾ ਸੀ। ਜਿਹੜੀ ਫਿਰੋਜ਼ਪੁਰ ਹੈੱਡਵਰਕਸ ਤੋਂ ਗੰਗ ਕਨਾਲ ਨਿਕਲਦੀ ਆ, ਜਿਹਨੂੰ ਬੀਕਾਨੇਰ ਫੀਡਰ ਵੀ ਕਹਿੰਦੇ ਨੇ, ਸਿਰਫ ਉਹੀ ਇੱਕ ਨਹਿਰ ਸੀ ਜੋ ਪੰਜਾਬ ਤੋਂ ਬਾਹਰ ਜਾਂਦੀ ਸੀ। ਉਹ ਵੀ ਮੁਫਤ ਨਹੀਂ ਸੀ। ਬੀਕਾਨੇਰ ਦਾ ਰਾਜਾ ਮਾਲੀਆ ਦਿੰਦਾ ਸੀ ਪੰਜਾਬ ਨੂੰ ਉਹਦਾ। 1947 ਤੱਕ ਉਸ ਪਾਣੀ ਦੇ ਪੰਜਾਬ ਨੂੰ ਪੈਸੇ ਮਿਲਦੇ ਰਹੇ ਨੇ। ਤੇ 47 ਤੋਂ ਬਾਅਦ
ਭਾਰਤ ਸਰਕਾਰ ਨੇ ਸਭ ਤੋਂ ਪਹਿਲਾਂ ਕੰਮ ਹੀ ਇਹ ਕੀਤਾ, ਉਹ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਸੀ ਮੁਫਤ ਕਰਤਾ। ਸਿਰਫ ਇੰਨਾ ਹੀ ਨਹੀਂ, 1950 'ਚ ਨਹਿਰੂ ਸਮੇਂ ਪੰਜਾਬ ਦੇ ਦਰਿਆਵਾਂ ਨੂੰ ਜੋੜਨ ਦੀ ਜਿਹੜੀ ਮਾਸਟਰ ਪਲਾਨ 'ਤੇ ਕੰਮ ਸ਼ੁਰੂ ਹੋਇਆ, ਉਂਝ ਤਾਂ ਇਹਦਾ ਬਲੂਪ੍ਰਿੰਟ 48 'ਚ ਹੀ ਤਿਆਰ ਹੋ ਗਿਆ ਸੀ, ਪਰ 50 'ਚ ਇਹਦੇ 'ਤੇ ਬਕਾਇਦਾ ਕੰਮ ਸ਼ੁਰੂ ਹੋ ਗਿਆ ਸੀ। ਜਦੋਂ ਗੁਲਜ਼ਾਰੀ ਲਾਲ ਨੰਦਾ ਕੇਂਦਰ 'ਚ ਸਿੰਚਾਈ ਤੇ ਊਰਜਾ ਦਾ ਮੰਤਰੀ ਸੀ, ਉਹ ਪਲੈਨਿੰਗ ਕਮਿਸ਼ਨ ਦਾ ਵਾਈਸ ਚੇਅਰਮੈਨ ਵੀ ਸੀ। ਉਹਦੀ ਦੇਖ ਰੇਖ 'ਚ 2 ਵੱਡੇ ਪ੍ਰੋਜੈਕਟ, ਇੱਕ ਭਾਖੜਾ ਨੰਗਲ ਤੇ ਦੂਸਰਾ ਹਰੀਕੇ ਹੈਡਵਰਕਸ, ਇਹਨਾਂ ਤੇ ਕੰਮ ਸ਼ੁਰੂ ਹੋਇਆ। ਜਿਹੜਾ ਭਾਖੜਾ ਨੰਗਲ ਤੇ ਬਿਆਸ ਪ੍ਰੋਜੈਕਟ ਸੀ, ਇੱਕ ਤਾਂ ਮੇਨ ਉਹਦੇ 'ਚ ਭਾਖੜੇ ਡੈਮ ਦੀ ਉਸਾਰੀ ਸੀ ਤੇ ਦੂਸਰਾ ਬਿਆਸ ਦੇ ਪਾਣੀ ਨੂੰ ਸਤਲੁਜ 'ਚ ਪਾਉਣਾ, ਜਿਹਦੇ ਲਈ ਉਹਨਾਂ ਨੇ ਬਿਆਸ ਸਤਲੁਜ ਲਿੰਕ ਨਹਿਰ ਕੱਢੀ। ਦੇ ਵਿੱਚ ਕੀ ਕੀਤਾ ਕਿ ਹਿਮਾਚਲ ਪ੍ਰਦੇਸ਼ 'ਚ ਮੰਡੀ ਦੇ ਕੋਲ ਪਾਂਡੂ ਡੈਮ ਤੇ ਬਿਆਸ ਦੇ ਪਾਣੀ ਨੂੰ ਬੰਨ੍ਹ ਲਾ ਲਿਆ। ਉੱਥੋਂ 12 ਕਿਲੋਮੀਟਰ ਲੰਬੀ ਸੁਰੰਗ ਰਿਗਰ ਤੱਕ ਪੱਟੀ ਤੇ ਫਿਰ ਰਿਗਰ ਤੋਂ ਸੁੰਦਰਨਗਰ ਤੱਕ 20 ਕਿਲੋਮੀਟਰ ਲੰਬਾ ਓਪਨ ਚੈਨਲ ਆ, ਖੁੱਲ੍ਹੀ ਨਹਿਰ, ਉਹਦੇ ਰਾਹੀਂ ਪਾਣੀ ਲੈ ਕੇ ਗਏ। ਸੁੰਦਰਨਗਰ ਤੋਂ ਗਾਂਹ ਫਿਰ ਸਤਲੁਜ ਤੱਕ 12 ਕਿਲੋਮੀਟਰ ਲੰਬੀ ਸੁਰੰਗ ਆ, ਜਿਹੜੀ ਅਲਸੀਦ ਖੱਡ ਕੋਲ ਜਾ ਕੇ ਗੋਬਿੰਦ ਸਾਗਰ ਝੀਲ ਦੇ ਉੱਪਰਲੇ ਪਾਸੇ ਸਤਲੁਜ ਪੈਂਦੀ ਆ। ਇਹ ਜਿਹੜਾ ਸਾਰਾ ਸਤਲੁਜ ਦਾ ਤੇ ਬਿਆਸ ਦਾ ਪਾਣੀ ਆ, 75 ਲੱਖ ਏਕੜ ਫੁੱਟ ਤੋਂ ਜ਼ਿਆਦਾ ਪਾਣੀ ਆ, ਜਿਹਨੂੰ ਗੋਬਿੰਦ ਸਾਗਰ ਝੀਲ 'ਚ ਰੋਕਿਆ ਭਾਖੜੇ ਡੈਮ ਦੇ ਨਾਲ। ਤੇ ਭਾਖੜੇ ਤੋਂ ਜਿਹੜਾ ਪਾਣੀ ਛੱਡਿਆ ਵੀ ਜਾਂਦਾ ਟਰਬਾਈਨਸ ਦੇ ਥਰੂ, ਉਹਨੂੰ 13 ਕਿਲੋਮੀਟਰ ਹੇਠ ਆ ਕੇ ਨੰਗਲ ਡੈਮ ਤੇ ਰੋਕਿਆ ਹੋਇਆ। ਫਿਰ ਨੰਗਲ ਡੈਮ ਤੋਂ ਇਹ ਪਾਣੀ ਪੱਕੀਆਂ ਨਹਿਰਾਂ ਰਾਹੀਂ ਪੰਜਾਬ ਤੋਂ ਬਾਹਰ ਜਾਂਦਾ। ਆ ਜਿਹੜੀ ਭਾਖੜਾ ਮੇਨ ਲਾਈਨ ਆ 1954 ਦੀ ਨਿਕਲੀ, ਇਹਦੇ ਰਾਹੀਂ ਦਿੱਲੀ, ਹਰਿਆਣਾ ਤੇ ਰਾਜਸਥਾਨ ਤੱਕ ਪਾਣੀ ਜਾਂਦਾ। ਸਤਲੁਜ ਤਾਂ ਨਾਂ ਦਾ ਹੀ ਦਰਿਆ, ਇਹਦੇ 'ਚ ਤਾਂ ਪਾਣੀ ਆਉਂਦਾ ਹੀ ਉਦੋਂ ਆ ਜਦੋਂ ਹੜ੍ਹ ਆਉਣੇ ਨੇ, ਜਾਂ ਜਦੋਂ ਭਾਖੜਾ ਜਵਾਬ ਦਿੰਦਾ। ਤੇ ਇਸ ਦੇ ਨਾਲ ਦੂਜੇ ਪਾਸੇ 29 ਜਨਵਰੀ 1955 ਨੂੰ ਬਿਆਸ ਰਾਵੀ ਐਗਰੀਮੈਂਟ ਲਿਖਿਆ ਜਾਂਦਾ। ਆਪ ਹੀ ਲਿਖਣਾ, ਕਿਹੜਾ ਕਿਸੇ ਦੀ ਸਹਿਮਤੀ ਜ਼ਰੂਰੀ ਆ। ਫਿਰ ਉਸ ਐਗਰੀਮੈਂਟ ਰਾਹੀਂ ਰਾਵੀ ਦੇ ਪਾਣੀ ਨੂੰ ਪਠਾਨਕੋਟ ਕੋਲੋਂ ਮਾਧੋਪੁਰ ਹੈਡਵਰਕਸ, ਜਿਹੜਾ ਅੰਗਰੇਜ਼ਾਂ ਨੇ 1902 'ਚ ਬਣਾਇਆ ਸੀ ਮਾਝੇ ਦੀ ਸਿੰਚਾਈ ਲਈ, ਉੱਥੋਂ ਰਾਵੀ ਬਿਆਸ ਲਿੰਕ ਨਹਿਰ ਪੱਟੀ, ਜਿਹਦੇ ਰਾਹੀਂ ਰਾਵੀ ਦੇ ਪਾਣੀ ਨੂੰ ਬਿਆਸ 'ਚ ਪਾਇਆ। ਤੇ ਨਾਲ ਉੱਧਰ ਫਿਰੋਜ਼ਪੁਰ ਹੈਡਵਰਕਸ ਤੋਂ ਥੋੜ੍ਹਾ ਜਿਹਾ ਉੱਪਰ ਹਰੀਕੇ ਪੱਤਣ, ਜਿੱਥੇ ਸਤਲੁਜ ਤੇ ਬਿਆਸ ਮਿਲਦੇ ਨੇ, ਨਵਾਂ ਹੈਡਵਰਕਸ ਬਣਾ ਲਿਆ। ਹੁਣ ਹਰੀਕੇ ਤੇ ਰਾਵੀ ਦਾ ਪਾਣੀ, ਬਿਆਸ ਦਾ ਪਾਣੀ ਤੇ ਸਤਲੁਜ ਦਾ ਬਚਦਾ ਪਾਣੀ ਸਾਰਾ ਰੋਕ ਲਿਆ। ਤੇ ਜਿਹੜਾ ਫਿਰੋਜ਼ਪੁਰ ਹੈਡਵਰਕ ਸੀ, ਜਿੱਥੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਲਈ ਨਹਿਰਾਂ ਨਿਕਲੀਆਂ ਸੀ ਅੰਗਰੇਜ਼ਾਂ ਵੇਲੇ ਦੀਆਂ, ਉਹਦੇ ਲਈ ਬਚਿਆ ਹੀ ਕੁਛ ਨਹੀਂ। ਪਰ ਹਰੀਕੇ ਤੋਂ 2 ਪੱਕੀਆਂ ਨਹਿਰਾਂ ਕੱਢਤੀਆਂ ਰਾਜਸਥਾਨ ਲਈ। ਇੱਕ ਤਾਂ ਬੀਕਾਨੇਰ ਫੀਡਰ ਨੂੰ ਸਪਲਾਈ ਦੇਣ ਲਈ 1953 'ਚ, ਤੇ ਦੂਸਰੀ ਇੰਦਰਾ ਗਾਂਧੀ ਨਹਿਰ, ਜਿਹਨੂੰ ਰਾਜਸਥਾਨ ਫੀਡਰ ਵੀ ਕਹਿੰਦੇ ਨੇ, 1961 'ਚ ਕੱਢੀ ਆ, ਜਿਹੜੀ ਜੈਸਲਮੇਰ ਤੱਕ ਜਾਂਦੀ ਆ ਪੰਜਾਬ ਦਾ ਪਾਣੀ ਲੈ ਕੇ। ਜਦੋਂ ਭਾਰਤ ਸਰਕਾਰ ਨੇ ਰਾਜਸਥਾਨ ਦੇ ਥਾਰ ਮਾਰੂਥਲ ਦੀ ਸਿੰਚਾਈ ਲਈ ਹਰੀਕੇ ਤੋਂ ਪੱਕੀਆਂ ਨਹਿਰਾਂ ਕੱਢਣ ਦੀ ਯੋਜਨਾ ਵਰਲਡ ਬੈਂਕ ਅੱਗੇ ਪੇਸ਼ ਕੀਤੀ, ਤਾਂ ਉਸਨੇ ਇਸ ਪ੍ਰੋਜੈਕਟ ਨੂੰ ਇੱਕ ਡੂਵੀਅਸ ਤੇ ਇਕਨੋਮਿਕਲੀ ਅਨਜਸਟੀਫਾਈਏਬਲ ਪ੍ਰੋਜੈਕਟ ਕਹਿ ਕੇ ਰੱਦ ਕਰ ਦਿੱਤਾ ਸੀ। ਵਰਲਡ ਬੈਂਕ ਦੇ ਮਾਹਰਾਂ ਦੀ ਟੀਮ ਤਾਂ ਇਹ ਕਹਿੰਦੀ ਆ ਕਿ ਆ ਜਿਹੜਾ ਕੰਮ ਤੁਸੀਂ ਕਰਨ ਲੱਗੇ ਹੋ, ਇਹ ਪਾਣੀਆਂ ਦੀ ਵੀ ਬਰਬਾਦੀ ਆ ਤੇ ਪੰਜਾਬ ਦੀ ਵੀ। ਪਰ ਉਸ ਦੇ ਬਾਵਜੂਦ ਨਹਿਰਾਂ ਕੱਢਤੀਆਂ। 650 ਕਿਲੋਮੀਟਰ ਲੰਮੀ ਦਰਿਆਨੁਮਾ ਇਹ ਨਹਿਰ ਬੀਕਾਨੇਰ ਤੇ ਜੈਸਲਮੇਰ ਦੇ ਮਾਰੂਥਲ ਨੂੰ ਆਬਾਦ ਕਰਨ ਲਈ ਪੰਜਾਬ ਦਾ 7.6 ਮਿਲੀਅਨ ਏਕੜ ਫੁੱਟ ਪਾਣੀ ਲਿਜਾ ਰਹੀ ਹੈ। ਪੰਜਾਬੀਆਂ ਨੂੰ ਇਹ ਕਦੇ ਵੀ ਉਮੀਦ ਨਹੀਂ ਸੀ
ਵੀ ਜੋ ਆਜ਼ਾਦੀ ਲਈ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਉਹੀ ਆਜ਼ਾਦੀ ਉਹਨਾਂ ਦੇ ਪਾਣੀ, ਸੱਭਿਆਚਾਰ, ਬੋਲੀ, ਹਰ ਇੱਕ ਚੀਜ਼ ਨੂੰ ਹੜੱਪ ਕਰ ਜੂਗੀ। ਪੰਜਾਬ ਦਾ ਅਤੇ ਜਿਹੜਾ ਹਿੰਦੁਸਤਾਨ ਦਾ ਵਿੱਚ ਆਪਸ ਵਿੱਚ ਇੱਕ ਰਿਲੇਸ਼ਨਸ਼ਿਪ ਆ ਨਾ, ਇਹ 47 ਦੇ ਵਿੱਚ ਉਹਨੂੰ ਸਾਡਾ ਇੱਕ ਆਪਾਂ ਕਹਿੰਦੇ ਨਵਾਂ ਮਾਈਲਸਟੋਨ ਇੱਕ ਨਵੇਂ ਤਰੀਕੇ ਨਾਲ ਬਾਹਰ ਆ ਰਿਹਾ, ਜਿਹੜਾ ਨਿਖਾਰ ਹੋਰ ਸਿੱਧੇ ਰੂਪ ਵਿੱਚ ਨਿਖਾਰ ਆ ਗਿਆ ਉਹਦਾ। ਬਟ ਜਿਹੜੀਆਂ ਪੋਲਿਸੀਜ਼ 1930s ਤੋਂ ਹੀ ਦੇਖੀ ਜੇ ਸਿੱਖਾਂ ਦੇ ਪ੍ਰਤੀ ਕੀ ਹੋ ਗਈਆਂ ਸੀ, ਇਹ ਫੋਰਸ਼ੈਡੋਇੰਗ ਸਾਨੂੰ 47 ਤੋਂ ਪਹਿਲਾਂ ਹੀ ਮਿਲ ਗਈ ਸੀਗੀ। ਕਾਂਗਰਸ ਵਾਲਿਆਂ ਨੇ ਇੱਕ ਪ੍ਰੋਮਿਸ ਕੀਤਾ ਸੀ ਵੀ ਜਦੋਂ ਅਸੀਂ ਆਜ਼ਾਦ ਹੋਵਾਂਗੇ, ਅੰਗਰੇਜ਼ ਚਲੇ ਜਾਣਗੇ, ਤਾਂ ਉਸ ਤੋਂ ਬਾਅਦ ਅਸੀਂ ਹਿੰਦੁਸਤਾਨ ਨੂੰ ਲਿੰਗੁਇਸਟਿਕ ਤੇ ਕਲਚਰਲ ਤੇ ਜੀਓਗ੍ਰਾਫੀਕਲ ਬੇਸਿਸ ਦੇ ਉੱਤੇ ਅੱਡ ਸਟੇਟਾਂ 'ਚ ਵੰਡਾਂਗੇ। ਵੰਡ ਦੇ ਉਜਾੜੇ ਪਿੱਛੋਂ ਮੁੜ ਵਸੇਬੇ ਵਿੱਚ ਹੋਏ ਧੋਖੇ ਦੇ ਜ਼ਖਮ ਅਜੇ ਅੱਲੇ ਹੀ ਸਨ। ਇਹ ਪੰਜਾਬ ਵਿੱਚ ਹੀ ਪੰਜਾਬੀ ਬੋਲੀ ਦੀ ਹੋਂਦ ਖਤਰੇ ਵਿੱਚ ਜਾ ਪਈ। ਆਪਣੀ ਹੋਂਦ ਤੇ ਮਾਂ ਭਾਸ਼ਾ ਦੀ ਸਲਾਮਤੀ ਲਈ ਪੰਜਾਬੀ ਸੂਬਾ ਸਿੱਖਾਂ ਨੇ ਮੰਗਿਆ। ਉਹਨੇ ਭਾਸ਼ਾਈ ਸੂਬੇ ਬਾਕੀ ਤਾਂ ਸਾਰੇ ਹਿੰਦੁਸਤਾਨ ਵਿੱਚ ਬਣਾਉਣੇ ਪ੍ਰਵਾਨ ਕਰ ਲਏ ਜਾਂ ਕਮਿਸ਼ਨ ਬਿਠਾਤਾ, ਲੇਕਿਨ ਉਸ ਕਮਿਸ਼ਨ ਨੂੰ ਪਾਬੰਦ ਕਰ ਦਿੱਤਾ ਵੀ ਉੱਤਰੀ ਭਾਰਤ ਵਿੱਚ ਕੋਈ ਨਹੀਂ ਕਰਨਾ। ਤੇ ਤੁਸੀਂ ਹੈਰਾਨ ਹੋਵੋਗੇ ਵੀ ਉਸ ਵੇਲੇ ਦੀ ਲੀਡਰਸ਼ਿਪ ਨੇ, ਉਸ ਵੇਲੇ ਦੀ ਸਰਕਾਰ ਨੇ, ਉਹਨਾਂ ਨੇ ਬੈਨ ਕਰ ਦਿੱਤਾ ਕਿ ਤੁਸੀਂ ਪੰਜਾਬੀ ਸੂਬਾ ਜ਼ਿੰਦਾਬਾਦ ਵੀ ਨਹੀਂ ਕਹਿ ਸਕਦੇ। ਟਾਈਮ ਮੈਗਜ਼ੀਨ ਦੇ ਵਿੱਚ ਨਹਿਰੂ ਨੇ ਸਟੇਟਮੈਂਟ ਦਿੱਤੀ ਸੀ ਕਿ ਮੈਨੂੰ ਜ਼ਰੂਰਤ ਪਈ ਤਾਂ ਮੈਂ ਸਿਵਲ ਵਾਰ ਕਰ ਲੂੰਗਾ, ਪਰ ਮੈਂ ਪੰਜਾਬੀ ਸੂਬਾ ਕਦੇ ਕੰਸੀਡ ਨਹੀਂ ਕਰਨਾ। ਡੇਢ ਦਹਾਕੇ ਦੀ ਲੰਮੀ ਜੱਦੋ ਜਹਿਦ ਤੋਂ ਬਾਅਦ It was a long run struggle in which about 65,000 people had to court arrest, and ultimately when Punjabi Suba was formed, it was not according to the wishes of the people. ਇੱਕ ਲਾਈਨ ਦਾ ਰੈਜ਼ੋਲੂਸ਼ਨ ਸੀ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਕਿ ਦੀ ਪੰਜਾਬੀ ਸਪੀਕਿੰਗ ਏਰੀਆ ਵੀ ਕਾਰਵਡ ਆਊਟ ਆਫ ਦਿਸ ਸਟੇਟ ਆਫ ਪੰਜਾਬ। ਕੋਈ ਹਰਿਆਣੇ ਦਾ ਰੈਫਰੈਂਸ ਨਹੀਂ ਸੀ ਉਸ ਦੇ ਵਿੱਚ। ਅਖੀਰ ਜਦ ਸਿੱਖ ਕੌਮ ਦੇ ਸਿਰੜ ਤੇ ਰਾਜਨੀਤਿਕ ਮਜਬੂਰੀ ਵਸ ਕੇਂਦਰ ਨੂੰ ਪੰਜਾਬੀ ਸੂਬੇ ਦੀ ਮੰਗ ਮੰਨਣੀ ਪਈ, ਤਾਂ ਉਸਨੇ ਨਾ ਸਿਰਫ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਵੱਖ ਕਰ ਦਿੱਤੇ, ਸਗੋਂ ਪੰਜਾਬ ਦੀ ਰੂਹ, ਪੰਜਾਬ ਦੇ ਦਰਿਆਈ ਪਾਣੀਆਂ ਤੇ ਵੀ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਉਹਨਾਂ ਨੇ ਰੀਆਰਗੇਨਾਈਜੇਸ਼ਨ ਜਿਹੜਾ ਬਿੱਲ ਸੀ ਉਸ ਦੇ ਵਿੱਚ 3 ਕਲੌਜ਼ਸ ਇੰਡਕਟ ਕਰਤੀਆਂ, 78, 79, 80। ਬਹੁਤ ਐਡਾ ਬੜਾ ਬਿੱਲ ਆ, ਲੇਕਿਨ ਉਹਦੇ 'ਚ ਸਭ ਤੋਂ ਜਿਹੜੀਆਂ ਘਾਤਕ, ਸਭ ਤੋਂ ਜਿਹੜੀਆਂ ਖਤਰਨਾਕ, ਸਭ ਤੋਂ ਜਿਹੜੀਆਂ ਚਲਾਕ ਤੇ ਸਭ ਬੇਈਮਾਨੀ ਜਿਹੜੀ ਕੀਤੀ ਗਈ ਉਹ ਪੰਜਾਬ ਦੇ ਪਾਣੀਆਂ ਤੇ ਕੀਤੀ ਗਈ। ਪੰਜਾਬ ਦਾ ਇੱਕੋ ਹੀ ਸੋਰਸ, ਨੈਚੁਰਲ ਸੋਰਸ ਆ, ਉਹ ਹੈ ਰਿਵਰ ਵਾਟਰਸ। ਰਿਵਰ ਵਾਟਰਸ ਪੰਜਾਬ ਦੇ ਨੂੰ, ਪੰਜਾਬ ਦੇ ਜਿਹੜੇ ਦਰਿਆ ਇਹ ਸਬਸਿਡਰੀਜ਼ ਆ ਇੰਡਸ ਵਾਟਰ ਦੀਆਂ, ਜਿਹੜਾ ਪਾਕਿਸਤਾਨ ਦੇ ਵਿੱਚ ਚੱਲਦਾ, ਉਹਦੇ ਵਿੱਚ ਜਾ ਕੇ ਗਿਰਦੇ ਆ ਸਾਰੇ ਪੰਜਾਬ ਦੇ ਦਰਿਆ। ਤਾਂ ਪੰਜਾਬ ਦਾ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਆ ਉਸ ਦੀਆਂ 78, 79, 80 3 ਧਾਰਾਵਾਂ, 78, 79 ਔਰ 80 ਕੀ ਹੈਗੀਆਂ? ਪਹਿਲਾ 78 ਦਾ ਡਿਸਟ੍ਰੀਬਿਊਸ਼ਨ ਆਫ ਪੰਜਾਬ ਵਾਟਰਸ, ਉਹ ਪੰਜਾਬ ਦੀ ਅਧਿਕਾਰ ਖੇਤਰ 'ਚ ਨਹੀਂ, ਉਹ ਕੱਢ ਕੇ ਉਹਨਾਂ ਨੇ ਸੈਂਟਰ ਦੇ ਅਧਿਕਾਰ ਖੇਤਰ 'ਚ ਪਾਤਾ। 70 ਜਿਹੜਾ 9 ਆ ਡਿਵੈਲਪਮੈਂਟ ਆਫ ਰਿਵਰਸ, ਉਹ ਉਹਨਾਂ ਨੇ ਕੱਢ ਕੇ, ਪੰਜਾਬ ਹੈ ਸਟੇਟ ਸਬਜੈਕਟ ਇੰਡੀਅਨ ਕਨਸਟੀਟਿਊਸ਼ਨ 'ਚ, ਲੇਕਿਨ ਉਹਨਾਂ ਨੇ ਕੱਢ ਕੇ ਸਟੇਟ ਤੋਂ ਸੈਂਟਰ ਨੇ ਆਪਣੇ ਅਧਿਕਾਰ 'ਚ ਲੈ ਲਿਆ। ਫਿਰ ਤੀਜੀ ਜਿਹੜੀ ਧਾਰਾ 80 ਕੰਟਰੋਲ ਆਫ ਪੰਜਾਬ ਰਿਵਰ ਹੈਡ ਵਰਕਸ, ਉਹ ਸਟੇਟ ਦਾ ਸਬਜੈਕਟ ਆ, ਉਹਨਾਂ ਨੇ ਕੱਢ ਕੇ ਸੈਂਟਰ ਦੇ ਕੋਲ ਲੈ ਗਏ। ਜਿਹੜੀਆਂ ਦੂਸਰੀਆਂ ਸਟੇਟਾਂ ਭਾਰਤ ਦੇ ਵਿੱਚ ਡਿਵਾਈਡ ਹੋਈਆਂ, ਇੱਕ ਦੀਆਂ 2 ਸਟੇਟਾਂ ਬਣੀਆਂ, ਕਿਸੇ ਦੇ ਵਿੱਚ ਇਹੋ ਜਿਹੇ ਜਿਹੜੀਆਂ ਕਲੌਜ਼ਸ ਨਹੀਂ ਪਾਈਆਂ ਗਈਆਂ, ਪਰ ਪੰਜਾਬ ਤੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਜਦੋਂ ਬਣੇ ਇਹਦੇ ਵਿੱਚ ਇਹ ਕਲੌਜ਼ਸ ਪਾਈਆਂ ਗਈਆਂ। ਜਿਹੜੇ ਲੀਗਲ ਮਾਹਰ ਆ ਜਾਂ ਪਾਣੀਆਂ ਦੇ ਮਾਹਰ ਆ, ਉਹ ਕਹਿੰਦੇ ਵੀ ਇਹ ਜਿਹੜੀਆਂ ਕਲੌਜ਼ਸ ਆ ਇਹ ਦੇਸ਼ ਦੇ ਕਾਨੂੰਨ ਦੇ ਅਨੁਸਾਰ ਗੈਰ ਸੰਵਿਧਾਨਕ ਆ। ਇਹ ਗੱਲ ਕੀ ਪੰਜਾਬ ਦਿੱਲੀ ਤਖਤ ਦੀ ਮਨਜ਼ੂਰੀ ਤੋਂ ਬਗੈਰ ਇੱਕ ਸੂਆ ਤੱਕ ਨਹੀਂ ਪੱਟ ਸਕਦਾ। ਅੰਤਰਰਾਸ਼ਟਰੀ ਰਿਪੇਰੀਅਨ ਲਾਅ ਦੀ ਤਾਂ ਗੱਲ ਹੀ ਛੱਡੋ। ਸਾਡੇ ਨਾਲ ਅਨਕਨਸਟੀਟਿਊਸ਼ਨੈਲਿਟੀ ਕੀਤੀ ਹੈ। ਇੰਡੀਅਨ ਕਨਸਟੀਟਿਊਸ਼ਨ ਵੀ ਪੰਜਾਬ ਦੇ ਉੱਤੇ ਨਹੀਂ ਅਪਲਾਈ ਕੀਤਾ ਪੰਜਾਬ ਦੇ ਦਰਿਆਵਾਂ ਪਾਣੀਆਂ ਦੇ ਸੰਬੰਧ ਦੇ ਵਿੱਚ।
ਪੰਜਾਬ ਦੇ ਕੁੱਲ ਪਾਣੀਆਂ ਦਾ 75% ਤੋਂ ਵੀ ਵੱਧ ਹਿੱਸਾ ਕੇਂਦਰ ਨੇ ਪੰਜਾਬ ਤੋਂ ਖੋਹ ਦੂਸਰੇ ਸੂਬਿਆਂ ਨੂੰ ਵੰਡ ਦਿੱਤਾ, ਉਹ ਵੀ ਮੁਫਤ। ਪੰਜਾਬ ਦੇ ਕੁੱਲ 17.17 ਮਿਲੀਅਨ ਏਕੜ ਫੁੱਟ ਪਾਣੀ ਵਿੱਚੋਂ ਪੰਜਾਬ ਲਈ ਬਚਿਆ ਤਾਂ ਸਿਰਫ 4.22 ਮਿਲੀਅਨ ਏਕੜ ਫੁੱਟ, ਚੌਥੇ ਹਿੱਸੇ ਤੋਂ ਵੀ ਘੱਟ। ਕੋਈ ਸਮਝੌਤਾ ਨਹੀਂ ਸੀ, ਕੋਈ ਸਹਿਮਤੀ ਨਹੀਂ ਸੀ ਪੰਜਾਬ ਦੀ। ਬਸ ਅਵਾਰਡ ਜਾਰੀ ਕਰਤਾ ਇੰਦਰਾ ਗਾਂਧੀ ਨੇ, ਸਿੱਧਾ ਤਾਨਾਸ਼ਾਹੀ ਹੁਕਮ। ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ ਉਦੋਂ ਪੰਜਾਬ ਦਾ। ਜਦੋਂ 24 ਮਾਰਚ 1976 ਨੂੰ ਇੰਦਰਾ ਗਾਂਧੀ ਦੇ ਇਸ ਹੁਕਮ ਨੇ ਪੰਜਾਬ ਦਾ 75% ਤੋਂ ਜ਼ਿਆਦਾ ਪਾਣੀ ਲੁੱਟ ਲਿਆ, ਭਿਖਾਰੀ ਬਣਾਤਾ ਪੰਜਾਬ ਨੂੰ। ਪੰਜਾਬ ਆਪਣੀਆਂ ਫਸਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਾਣੀ ਕੱਢੇ ਧਰਤੀ ਹੇਠੋਂ, ਉਸ ਲਈ ਡੀਜ਼ਲ ਲਵੇ ਮੁੱਲ ਦਾ, ਕੋਲਾ ਲਵੇ ਮੁੱਲ ਦਾ, ਤੇ ਖੁਦ ਆਪਣਾ ਪਾਣੀ ਦੇਵੇ ਮੁਫਤ ਵਿੱਚ। ਨਾ ਪੰਜਾਬ ਨੂੰ ਇਸ ਟਾਈਮ 69 ਮਿਲੀਅਨ ਏਕੜ ਫੁੱਟ ਪਾਣੀ ਦੀ ਲੋੜ ਆ, ਜਿਹਦੇ ਵਿੱਚੋਂ 54 ਮਿਲੀਅਨ ਏਕੜ ਸਾਨੂੰ ਸਾਡੀਆਂ ਐਗਰੀਕਲਚਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਚਾਹੀਦਾ, ਤੇ ਆਪਣਾ ਜਿਹੜਾ ਹੈਗਾ 10 ਮਿਲੀਅਨ ਏਕੜ ਫੁੱਟ ਚਾਹੀਦਾ ਸਾਨੂੰ ਸ਼ਹਿਰਾਂ ਦੀਆਂ ਜ਼ਰੂਰਤਾਂ ਲਈ, ਤੇ 5 ਮਿਲੀਅਨ ਏਕੜ ਚਾਹੀਦਾ ਸਾਨੂੰ ਜਿਹੜੀ ਸਾਡੀ ਇੰਡਸਟਰੀ ਆ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ। 1 ਮਿਲੀਅਨ ਏਕੜ ਫੁੱਟ ਪਾਣੀ ਦਾ ਭਾਵ ਆ ਜੇ 10 ਲੱਖ ਏਕੜਾਂ ਦੇ ਵਿੱਚ 1 ਫੁੱਟ ਪਾਣੀ ਭਰਿਆ ਹੋਵੇ। ਤੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਜੇ ਟੋਟਲ ਪਾਣੀ ਵੀ ਆਪਾਂ ਯੂਟੀਲਾਈਜ਼ ਕਰੀਏ, ਜਿੰਨਾ ਟੋਟਲ ਪਾਣੀ ਪੰਜਾਬ ਦੇ ਦਰਿਆਵਾਂ 'ਚ ਇਸ ਟਾਈਮ ਅਵੇਲੇਬਲ ਆ, ਉਹਦੇ ਨਾਲ ਸਾਡਾ ਅੱਧਾ ਪਾਣੀ ਵੀ ਪੂਰਾ ਨਹੀਂ ਹੁੰਦਾ ਜਿੰਨੀ ਸਾਡੀ ਸਾਲ ਦੀ ਜ਼ਰੂਰਤ। ਪੰਜਾਬ ਦਾ ਇਕੱਲਾ ਪਾਣੀ ਹੀ ਨਹੀਂ ਲੁੱਟਿਆ, ਪਾਣੀ ਤੋਂ ਬਣਨ ਵਾਲੀ ਬਿਜਲੀ ਵੀ ਲੁੱਟ ਲਈ ਆ। ਅੱਜ ਪੰਜਾਬ ਦੀ ਇੰਡਸਟਰੀ ਆਖਰੀ ਸਾਹ 'ਤੇ ਆ। ਵੱਡੇ ਉਦਯੋਗਪਤੀਆਂ ਨੂੰ ਤਾਂ ਉਹਨਾਂ ਨੇ ਸਮਝਾਤਾ ਕਿ ਕੋਈ ਗੱਲ ਨਹੀਂ, ਗੁੜਗਾਉਂ ਆ ਜਾਓ, ਪਰ ਜਿਹੜੇ 2 ਲੱਖ ਦੇ ਕਰੀਬ ਛੋਟੇ ਉਦਯੋਗ ਨੇ ਪੰਜਾਬ 'ਚ, ਉਹ ਕਿੱਥੇ ਜਾਣਗੇ? ਹੁਣ ਦੇਖੋ, ਪੰਜਾਬ ਦਾ ਕਿਸਾਨ ਜਿਹਨੂੰ ਵੀ ਨਹਿਰੀ ਪਾਣੀ ਮਿਲਦਾ ਉਹ ਤਾਂ ਤਾਰਦਾ ਮਾਲੀਆ, ਉਸਦਾ ਮੁੱਲ ਮਿਲਦਾ ਉਸਨੂੰ, ਤੇ ਜਿਹੜਾ ਪੰਜਾਬ ਦਾ ਆਪਦਾ ਪਾਣੀ ਬਾਹਰਲੇ ਸੂਬਿਆਂ ਨੂੰ ਜਾ ਰਿਹਾ ਉਹ ਮੁਫਤ ਜਾ ਰਿਹਾ। ਉਹ ਵੀ ਉਦੋਂ ਜਦੋਂ ਪੰਜਾਬ ਖੁਦ ਚੂਲੀ ਚੂਲੀ ਪਾਣੀ ਲਈ ਤਰਸ ਰਿਹਾ ਹੈ। ਇੰਦਰਾ ਗਾਂਧੀ ਦੇ ਇਸੇ ਧੱਕੇ ਚੋਂ ਤਾਂ ਅਨੰਦਪੁਰ ਸਾਹਿਬ ਦੇ ਮਤੇ ਦਾ ਜਨਮ ਹੁੰਦਾ। ਇੱਕ ਪਾਸੇ ਪੰਜਾਬ ਦਾ 75% ਤੋਂ ਜ਼ਿਆਦਾ ਪਾਣੀ ਪੰਜਾਬ ਤੋਂ ਬਾਹਰ ਜਾ ਰਿਹਾ ਹੈ, ਤੇ ਦੂਜੇ ਪਾਸੇ ਪੰਜਾਬ ਦਾ ਅੰਨਦਾਤਾ ਖੁਦ ਟਿਊਬਵੈੱਲਾਂ ਤੇ ਸਬਮਰਸੀਬਲਾਂ ਨਾਲ ਮੱਥਾ ਮਾਰ ਧਰਤੀ ਹੇਠੋਂ ਪਾਣੀ ਕੱਢਣ ਲਈ ਮਜਬੂਰ ਹੈ। ਅੱਜ ਪੰਜਾਬ ਦੇ ਵਿੱਚ 15-20 ਲੱਖ ਦੇ ਕਰੀਬ ਮਤਲਬ ਟਿਊਬਵੈੱਲ ਆ। ਪਹਿਲਾਂ ਜਿਹੜੀਆਂ ਸੀਗੀਆਂ ਮੋਟਰਾਂ ਉਤਲੇ ਲੈਵਲ ਤੋਂ ਪਾਣੀ ਚੱਕਦੀਆਂ ਸੀ ਤੇ ਬਹੁਤ ਘੱਟ ਕੋਸਟ ਪੈਂਦੀ ਸੀ। ਹੁਣ ਸਬਮਰਸੀਬਲ ਪੰਪ ਲਾਉਣੇ ਪੈ ਰਹੇ ਆ, ਹਰੇਕ ਸਾਲ ਬੋਰ ਡੂੰਘੇ ਕਰਨੇ ਪੈ ਰਹੇ। ਇਹ ਸਾਰੇ ਖਰਚੇ ਨੂੰ ਨਾ ਵੀ ਆਪਾਂ ਕਾਊਂਟ ਕਰੀਏ, ਜਿਹੜਾ ਕੱਲੀ ਬਿਜਲੀ ਦਾ ਖਰਚਾ ਆ ਰਿਹਾ ਪੰਜਾਬ ਵਾਲਿਆਂ ਦਾ, ਸਰਦਾਰ ਪ੍ਰੀਤਮ ਸਿੰਘ ਕੁੰਮੇਦਾਨ ਹੁਣਾਂ ਦੇ ਅਨੁਸਾਰ ਤਕਰੀਬਨ 2000 ਕਰੋੜ ਰੁਪਈਏ ਦੀ ਬਿਜਲੀ ਲੱਗ ਜਾਂਦੀ ਹਰੇਕ ਸਾਲ ਪੰਜਾਬ 'ਚ ਧਰਤੀ ਹੇਠਲਾ ਪਾਣੀ ਕੱਢਣ ਲਈ, ਜਿਹੜਾ ਅਸੀਂ ਪਾਣੀ ਯੂਟੀਲਾਈਜ਼ ਕਰਦੇ ਹਾਂ। ਦੁਨੀਆ 'ਚ ਪੰਜਾਬ ਵਰਗੇ ਬਹੁਤ ਘੱਟ ਅਜਿਹੇ ਖਿੱਤੇ ਨੇ ਜਿਨ੍ਹਾਂ ਹੇਠ ਕੁਦਰਤ ਨੇ ਨਿਰਮਲ ਪਾਣੀ ਦੇ ਸੋਮੇ ਸਿਰਜੇ। ਇਹਨਾਂ ਸੋਮਿਆਂ ਦੀ ਇਹ ਸਿਰਜਣਾ ਕੋਈ ਦਹਾਕਿਆਂ ਜਾਂ ਸਦੀਆਂ 'ਚ ਨਹੀਂ ਹੋਈ, ਸਗੋਂ ਯੁੱਗਾਂ ਵਿੱਚ ਹੋਈ ਹੈ। ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਇਹ ਪਹਿਲਾ ਪੱਤਣ ਤਕਰੀਬਨ 20-25 ਫੁੱਟ ਡੂੰਘੀ ਇਸ ਰੇਤਲੀ ਤਹਿ ਵਿੱਚ ਮੌਜੂਦ ਸੀ, ਜਿਸ ਦੀ ਵਰਤੋਂ ਖੂਹਾਂ ਤੇ ਹੱਥ ਵਾਲੇ ਨਲਕਿਆਂ ਨਾਲ ਕੀਤੀ ਜਾਂਦੀ ਰਹੀ ਹੈ। ਇਹ ਸਬ ਸਰਫੇਸ ਵਾਟਰ ਜਾਂ ਅਨਕਨਫਾਈਨਡ ਐਕੁਇਫਰ ਪਾਣੀ ਦੀ ਉਹ ਤਹਿ ਜਿਸ ਦੇ ਪੱਧਰ ਵਿੱਚ ਵਾਧਾ ਜਾਂ ਘਾਟਾ ਇਸ ਦੀ ਵਰਤੋਂ ਅਤੇ ਮੀਂਹਾਂ ਨਾਲ ਇਸ ਦੇ ਮੁੜ ਰੀਚਾਰਜ ਹੋਣ ਦੀ ਮਾਤਰਾ ਤੇ ਨਿਰਭਰ ਕਰਦਾ ਹੈ। ਪੰਜਾਬ ਦੇ ਪਾਣੀ ਦੀ ਪਹਿਲੀ ਤਹਿ ਤਾਂ ਕਈ ਦਹਾਕਿਆਂ ਤੋਂ ਖੁਸ਼ਕ ਹੋ ਚੁੱਕੀ ਹੈ। ਜੇਕਰ ਲਗਾਤਾਰ ਕਈ ਸਾਲ ਭਾਰੀ ਮੀਂਹਾਂ ਤੇ ਦਰਿਆਈ ਪਾਣੀਆਂ ਦੀ ਖੁੱਲ੍ਹੀ ਵਰਤੋਂ ਨਾਲ ਪਾਣੀ ਦੀ ਇਹ ਸਤ੍ਹਾ ਥੋੜ੍ਹੀ ਬਹੁਤੀ ਮੁੜ ਰੀਚਾਰਜ ਹੋ ਵੀ ਜਾਂਦੀ ਹੈ, ਤਾਂ ਵੀ ਇਹ ਪਾਣੀ ਨਾ ਤਾਂ ਪੀਣ ਦੇ ਯੋਗ ਬਚਿਆ
ਤੇ ਨਾ ਹੀ ਖੇਤੀ ਦੇ। ਕੈਮੀਕਲਾਂ, ਦਵਾਈਆਂ, ਖਾਦਾਂ ਤੇ ਫੈਕਟਰੀਆਂ ਦੀ ਗੰਦਗੀ ਨੇ ਇਸ ਪਾਣੀ ਵਿੱਚ ਇੰਨੀ ਜ਼ਿਆਦਾ ਜ਼ਹਿਰ ਮਿਲਾ ਦਿੱਤੀ ਹੈ ਕਿ ਇਸ ਦਾ ਕੋਈ ਹੱਲ ਨਹੀਂ ਬਚਿਆ। ਪੰਜਾਬ ਨੂੰ ਦਰਿਆਈ ਪਾਣੀ ਨਾ ਮਿਲਣ ਦਾ ਸਿਰਫ ਇਹੀ ਇੱਕ ਨੁਕਸਾਨ ਨਹੀਂ ਹੋਇਆ ਕਿ ਸਾਨੂੰ ਧਰਤੀ ਹੇਠਲਾ ਪਾਣੀ ਵਰਤਣਾ ਪਿਆ, ਸਗੋਂ ਉਸ ਦਾ ਇੱਕ ਹੋਰ ਬਹੁਤ ਵੱਡਾ ਨੁਕਸਾਨ ਹੋਇਆ। ਉਹ ਇਹ ਕਿ ਸਾਡੀ ਜ਼ਮੀਨ ਦੇ ਕੁਦਰਤੀ ਤੱਤ ਖਤਮ ਹੋ ਗਏ। ਜਿਹੜਾ ਦਰਿਆਵਾਂ ਦਾ ਪਾਣੀ ਹੁੰਦਾ ਉਹ ਆਰਗੈਨਿਕ ਖਾਦ ਹੀ ਹੁੰਦਾ, ਕਿਉਂਕਿ ਉਹਦੇ ਵਿੱਚ ਗਲੇ ਸੜੇ ਪੱਤੇ, ਜੀਵ ਜੰਤੂ, ਇਹ ਚੀਜ਼ਾਂ ਹੁੰਦੀਆਂ ਨੇ। ਉਹਦੇ ਬਦਲ 'ਚ ਜਦੋਂ ਸਾਨੂੰ ਕੱਢਣਾ ਪਿਆ ਧਰਤੀ ਹੇਠੋਂ ਪਾਣੀ, ਤੇ ਉਹਦੇ ਲਈ ਕੈਮੀਕਲ ਖਾਦਾਂ ਪਾਉਣੀਆਂ ਪਈਆਂ, ਹੋਰ ਕੋਈ ਚਾਰਾ ਵੀ ਨਹੀਂ ਸੀ। 60-70 ਫੁੱਟ ਡੂੰਘੀ ਪਾਂਡੂ ਦੇ ਹੇਠਾਂ ਵਾਲੀ ਸਾਫ਼ ਪਾਣੀ ਦੀ ਇਹ ਦੂਜੀ ਤਹਿ, ਕਨਫਾਈਨਡ ਐਕਿਊਫਰ, ਜਿਸ ਨੂੰ ਅਸੀਂ ਪਾਂਡੂ ਦੇ ਵਿੱਚੋਂ ਹੀ ਬੋਰ ਕਰਕੇ ਵਰਤਣਾ ਸ਼ੁਰੂ ਕੀਤਾ ਸੀ, ਉਹ ਵੀ ਕਦੋਂ ਦੀ ਖਤਮ ਹੋ ਚੁੱਕੀ ਹੈ। ਸਖਤ ਕਲੇ ਦੀ ਤਹਿ ਹੇਠਲੇ ਇਸ ਪਾਣੀ ਨੂੰ ਧਰਤੀ ਉੱਪਰਲੇ ਪਾਣੀ ਨਾਲ ਰੀਚਾਰਜ ਨਹੀਂ ਕੀਤਾ ਜਾ ਸਕਦਾ। ਹੁਣ ਪੰਜਾਬ ਆਪਣੇ ਪੀਣ ਵਾਲੇ ਪਾਣੀ ਅਤੇ ਫਸਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ 200 ਤੋਂ 400 ਫੁੱਟ ਡੂੰਘੇ ਪਾਣੀ ਦੀਆਂ ਇਹਨਾਂ ਸੀਮਤ ਪਰਤਾਂ 'ਤੇ ਨਿਰਭਰ ਹੈ। ਇਸ ਬਹੁਤ ਹੀ ਥੋੜ੍ਹੇ ਤੇ ਨਾ ਭਰਨ ਵਾਲੇ ਪਾਣੀ ਦੀ ਬੁਨਿਆਦ ਕਿੰਨੀ ਕੁ ਬਚੀ ਹੈ, ਇਹ ਕਹਿਣਾ ਤਾਂ ਮੁਸ਼ਕਿਲ ਹੈ, ਪਰ ਯਕੀਨਨ ਅਸੀਂ ਆਪਣੇ ਸਾਫ਼ ਪਾਣੀ ਦੇ ਖਜ਼ਾਨੇ ਦੀਆਂ ਆਖਰੀ ਘੁੱਟਾਂ 'ਤੇ ਹੀ ਹਾਂ। ਹੁਣ ਧਰਤੀ ਦੇ ਹੇਠੋਂ ਕੱਢਿਆ ਗਿਆ ਪਾਣੀ, ਇਹਦਾ ਨਾਸਾ ਨੇ ਇੱਕ ਸਟੱਡੀ ਦਿੱਤੀ ਹੋਈ ਹੈ ਕਿ ਉਹ ਕਹਿ ਰਿਹਾ ਕਿ ਜਿਹੜਾ ਨਾਰਥ ਇੰਡੀਆ ਹੈਗਾ, ਜਿਹੜਾ ਕਿ ਉਹਨਾਂ ਨੇ ਸਟੱਡੀ ਕੀਤੀ ਹੈ, ਜੇਕਰ ਉੱਥੇ ਪਾਣੀ ਦੇ ਐਕਵਾਫਾਇਰ ਦਾ ਨਾ ਦੇਖਿਆ ਗਿਆ ਧਿਆਨ ਨਾਲ, ਇਹ ਤਾਂ ਥੋੜ੍ਹੇ ਦਿਨਾਂ ਵਿੱਚ ਖਤਮ ਹੋ ਜਾਊ, ਤਾਂ ਇਹਨੂੰ ਹਜ਼ਾਰਾਂ ਸਾਲ ਲੱਗ ਜਾਣਗੇ। ਇਹਦਾ ਮਤਲਬ ਕੀ ਹੈ ਕਿ ਸਾਡੇ ਕੋਲ ਜਿੰਨੀ ਜਗ੍ਹਾ ਅੱਜ ਵਾਹੀਯੋਗ ਜ਼ਮੀਨ ਪੰਜਾਬ ਦੇ ਵਿੱਚ ਆ, ਉਹਦਾ ਪਾਣੀ ਤਾਂ ਜਿਹੜੇ ਜੇਕਰ ਆਪਾਂ ਨੂੰ ਸਾਰਾ ਪਾਣੀ ਵੀ ਜਿਹੜਾ ਅਸੀਂ ਦੂਜੀਆਂ ਸਟੇਟਾਂ ਨੂੰ ਦੇ ਰਹੇ ਹਾਂ, ਜੇ ਅਸੀਂ ਉਹ ਵੀ ਰੱਖ ਲਈਏ ਨਾ, ਤਾਂ ਵੀ ਅਸੀਂ ਡੈਫੀਸ਼ੀਐਂਟ ਸਟੇਟ ਦੇ ਤੌਰ ਦੇ ਉੱਤੇ ਹੈਗੇ ਆ। ਪੰਜਾਬ ਦੀ ਜ਼ਮੀਨ ਹੇਠਲਾ ਪਾਣੀ ਅੱਜ ਜਿਸ ਪੱਧਰ ਤੇ ਪਹੁੰਚ ਚੁੱਕਾ ਹੈ, ਪੰਜਾਬ ਬਹੁਤ ਜਲਦੀ ਡੈਜ਼ਰਟ 'ਚ ਕਨਵਰਟ ਹੋ ਜਾਏਗਾ। 5 ਦਰਿਆਵਾਂ ਦੀ ਇਸ ਧਰਤੀ ਕੋਲ ਤਾਂ ਅੱਜ ਪੀਣ ਲਈ ਪੂਰਾ ਪਾਣੀ ਨਹੀਂ। ਬਹੁਤ ਛੇਤੀ ਪੰਜਾਬ ਦੇ ਲੋਕਾਂ ਕੋਲ ਮੁੱਲ ਦੇ ਪਾਣੀ ਤੋਂ ਬਿਨਾਂ ਪੀਣ ਲਈ ਸਾਫ਼ ਪਾਣੀ ਦਾ ਤੁਪਕਾ ਨਹੀਂ ਹੋਵੇਗਾ। ਗ੍ਰੀਨ ਰੈਵੋਲੂਸ਼ਨ ਜਿਹੜਾ ਆ, ਉਹਨੇ ਸਾਡੀ ਸਟੇਟ ਦੀ ਤਬਾਹੀ ਕੀਤੀ ਹੈ। ਅਸਲ ਦੇ ਵਿੱਚ ਜਿਹੜਾ ਇਹ ਸਾਨੂੰ ਐਜ਼ ਐਕਸਪੈਰੀਮੈਂਟ ਸਟੇਟ ਦੇ ਤੌਰ ਤੇ ਯੂਜ਼ ਕਰ ਲਿਆ, ਉਹ ਬੀਜ ਵੀ ਉਸ ਤਰੀਕੇ ਦੀ ਸੀ ਜਿਨ੍ਹਾਂ ਨੂੰ ਖਾਦ ਦੀ ਲੋੜ ਸੀਗੀ, ਔਰ ਖਾਦ ਦੇ ਨਾਲ ਨਾਲ ਪਾਣੀ ਦੀ ਬਹੁਤਾਤ ਵਿੱਚ ਲੋੜ ਸੀਗੀ। ਰਹੀ ਗੱਲ ਕਣਕ ਤੇ ਝੋਨੇ ਦੇ ਬਦਲਦੀ, ਉਹਦੀ ਮੰਡੀ ਕਿੱਥੇ ਆ? ਕੀ ਕਰੀ, ਉੱਥੇ ਹੁਣ ਕਣਕ ਬੀਜੀ ਆ, ਫਿਰ ਕਮਾਦ ਲਾ ਲਓ ਬਾਪੂ। ਕਮਾਦ ਮੇਰਾ ਹੀ ਘੱਟ ਆ, ਉੱਥੇ ਸਾਨੂੰ ਉਹ ਬੰਕ ਵਾਲੇ ਨਹੀਂ ਕੋਈ ਦਿੰਦੇ, ਉਹ ਉੱਥੇ ਜਿਹੜੀ ਹੈਗੇ ਆ ਉਹ ਵੱਧ ਤੋਲਦੇ ਆ, ਨਾ ਉੱਥੇ ਸਾਨੂੰ ਕੋਈ ਬਾਰੀ ਆ, ਨਾ ਉੱਥੋਂ ਪੈਸਾ ਮਿਲਣਾ। ਹਾਰ ਕੇ ਅਸੀਂ ਦੁਖੀ ਹੋ ਕੇ ਪੱਟ ਬੈਠੇ ਆ। ਹੁਣ ਸਾਡੇ ਕੋਲ ਕੁਛ ਨਹੀਂ, ਨਾ ਗੰਨਾ ਚੂਪਣ ਨੂੰ ਵੀ ਹੈ ਨਹੀਂ ਕਿਤੇ। ਅਸੀਂ ਜਿਹੜਾ ਜਿਹਨੂੰ ਰੈਵੋਲੂਸ਼ਨ ਦਾ ਨਾਮ ਦਿੱਤਾ ਗਿਆ, ਅਸਲ 'ਚ ਉਹ ਸਾਡੀ ਜੈਨੋਸਾਈਡ ਹੀ ਹੈ। ਉਹ ਸਾਡੀ ਇਕਨੋਮਿਕ ਜੈਨੋਸਾਈਡ ਦਾ ਹਿੱਸਾ, ਜਿਹੜਾ ਕਿ ਸਾਨੂੰ ਪਤਾ ਨਹੀਂ ਲੱਗਿਆ। 1 ਕਿਊਸਿਕ ਪਾਣੀ ਦੇ ਫਲੋ ਦੀ ਕੀਮਤ ਸਾਲ ਦੀ 1.25 ਕਰੋੜ ਰੁਪਈਆ, ਉਹਦੇ ਹਿਸਾਬ ਨਾਲ ਤਕਰੀਬਨ 22,000 ਕਰੋੜ ਰੁਪਈਆ ਹਰੇਕ ਸਾਲ ਇਹਦੀ ਜਿਹੜੀ ਕੀਮਤ ਬਣ ਜਾਂਦੀ, ਜਿਹੜਾ ਪੰਜਾਬ ਦਾ ਫ੍ਰੀ ਦੇ ਵਿੱਚ ਪਾਣੀ ਦੂਜੀਆਂ ਸਟੇਟਾਂ ਨੂੰ ਜਾ ਰਿਹਾ, ਨਾਨ ਰਾਈਪੇਰੀਅਨ ਸਟੇਟਾਂ ਨੂੰ ਜਾ ਰਿਹਾ। ਜਿਹੜਾ ਪੰਜਾਬ ਦੇ ਪਾਣੀਆਂ ਦੀ ਲੁੱਟ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ। 1984 ਦੇ ਘੱਲੂ ਘਾਰੇ ਦੀ ਜੜ, ਸਤਲੁਜ ਜਮਨਾ ਲਿੰਕ ਨਹਿਰ ਦਾ ਨਿਰਮਾਣ ਹਾਲੇ ਬਾਕੀ ਹੈ। 1980 'ਚ ਜਦੋਂ ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਫਿਰ ਤਾਕਤ 'ਚ ਆਉਂਦੀ ਆ, ਉਦੋਂ ਤਿੰਨੇ ਸੂਬਿਆਂ 'ਚ ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਸੀ। ਤਾਂ 31 ਦਸੰਬਰ 1981 ਨੂੰ ਇੰਦਰਾ ਗਾਂਧੀ ਤਿੰਨੋਂ ਮੁੱਖ ਮੰਤਰੀਆਂ ਨੂੰ ਸੱਦ ਕੇ ਉਹਨਾਂ ਤੋਂ ਸਮਝੌਤੇ ਤੇ ਦਸਤਖਤ ਕਰਵਾਉਂਦੀ ਆ, ਜਿਹਦੇ ਨਾਲ ਜਿਹੜਾ ਮਾਰਚ 1976 ਵਾਲਾ ਅਵਾਰਡ ਸੀ, ਅਕਾਰਡ 'ਚ ਬਦਲ ਜਾਂਦਾ, ਐਗਰੀਮੈਂਟ ਬਣ ਜਾਂਦਾ। ਦਰਬਾਰਾ ਸਿੰਘ ਉਦੋਂ ਪੰਜਾਬ ਦਾ ਮੁੱਖ ਮੰਤਰੀ ਸੀ।
ਤੇ ਨਾਲ ਦੀ ਨਾਲ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰੈਜ਼ੀਡੈਂਟ ਸੀ। ਇੰਦਰਾ ਗਾਂਧੀ ਨੇ ਉਸ ਤੋਂ ਪ੍ਰੈਜ਼ੀਡੈਂਟਸ਼ਿਪ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਖੋਲੀ ਤੇ ਉਸ ਨੂੰ ਇਸ ਗੱਲ ਦਾ ਡਰ ਦਿੱਤਾ ਕਿ ਤੈਨੂੰ ਮੈਂ ਚੀਫ ਮਿਨਿਸਟਰੀ ਤੋਂ ਵੀ ਖਤਮ ਕਰ ਦੂੰ, ਕਾਰਜ ਕਰ ਦੂੰਗੀ ਜੇ ਤੂੰ ਇਹ ਐਗਰੀਮੈਂਟ ਨਹੀਂ ਕਰੇਗਾ। ਪੰਜਾਬ ਦੀ ਲਾਈਫਲਾਈਨ ਤਾਂ ਹੈ ਹੀ ਪਾਣੀ, ਤੇ ਉਹ ਉਸ ਦੀਆਂ ਆਪਣੀਆਂ ਜ਼ਰੂਰਤਾਂ ਲਈ ਹੀ ਪੂਰਾ ਨਹੀਂ। ਫਿਰ ਇੰਦਰਾ ਗਾਂਧੀ ਨੇ ਉਸ ਦੇ ਮੁਤਾਬਕ SYL ਦੀ ਨੀਂਹ ਰੱਖੀ, ਸਤਲੁਜ ਯਮੁਨਾ ਲਿੰਕ ਕੈਨਾਲ ਦੀ ਨੀਂਹ ਰੱਖੀ। 8 ਅਪ੍ਰੈਲ 1982 ਨੂੰ ਇੰਦਰਾ ਗਾਂਧੀ ਕਪੂਰੀ 'ਚ SYL ਨੂੰ ਟੱਕ ਲਾਉਂਦੀ ਹੈ ਤੇ ਉਸ ਤੋਂ ਅਗਲੇ ਦਿਨ 9 ਅਪ੍ਰੈਲ ਨੂੰ ਅਕਾਲੀ ਦਲ ਨੇ ਕਪੂਰੀ ਤੋਂ ਨਹਿਰ ਰੋਕੂ ਮੋਰਚੇ ਦਾ ਐਲਾਨ ਕਰਤਾ। ਸਿੱਖਾਂ ਨੇ ਇੱਕ ਵਾਰ ਫਿਰ ਪੰਜਾਬ ਦੀ ਸਾਹ ਰਗ ਨੂੰ ਬਚਾਉਣ ਲਈ ਤੇ ਇਹ 121 ਕਿਲੋਮੀਟਰ ਲੰਬੀ ਸਤਲੁਜ ਯਮੁਨਾ ਲਿੰਕ ਨਹਿਰ, ਜਿਸ ਨੇ ਪੰਜਾਬ ਦਾ 3.5 ਮਿਲੀਅਨ ਏਕੜ ਫੁੱਟ ਪਾਣੀ ਲੈ ਕੇ ਜਾਣਾ ਸੀ, ਉਸ ਨੂੰ ਰੋਕਣ ਲਈ ਕਪੂਰੀ ਮੋਰਚਾ ਲਾ ਦਿੱਤਾ। ਮੋਰਚੇ ਦੇ ਵਿੱਚ ਧੱਕਾ ਹੋਇਆ ਤਾਂ 4 ਅਗਸਤ 1982 ਨੂੰ ਅਕਾਲੀ ਦਲ ਨੇ ਉਸ ਮੋਰਚੇ ਨੂੰ ਕਪੂਰੀ ਤੋਂ ਬਦਲ ਕੇ ਅੰਮ੍ਰਿਤਸਰ ਲੈ ਆਂਦਾ। ਹੁਣ ਦਿੱਲੀ ਦੇ ਮੁੱਢ ਹਰਿਆਣੇ ਦੇ ਬਾਰਡਰ ਤੇ ਬੈਠ ਕੇ ਇਹ ਮੋਰਚਾ ਜਾਰੀ ਰੱਖਣਾ ਕੋਈ ਸੌਖਾ ਕੰਮ ਤਾਂ ਹੈ ਨਹੀਂ ਸੀ। ਉਹ ਵੀ ਉਦੋਂ ਜਦੋਂ ਚਾਰੇ ਪਾਸੇ ਕਾਂਗਰਸ ਦੀਆਂ ਸਰਕਾਰਾਂ ਹੋਣ। ਇਹਨਾਂ ਹਾਲਾਤਾਂ 'ਚ ਭਜਨ ਲਾਲ ਦੇ ਗੁੰਡੇ ਕਪੂਰੀ 'ਚ ਕੀ ਨਹੀਂ ਸੀ ਕਰ ਸਕਦੇ। ਇਸ ਦਾ ਨਮੂਨਾ ਤਾਂ ਸਿੱਖਾਂ ਨੇ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਦੇਖਿਆ ਹੋਇਆ ਸੀ। SYL ਦੇ ਮੁੱਦੇ ਦੇ ਨਾਲ-ਨਾਲ ਸਿੱਖਾਂ ਨੇ ਪੰਜਾਬ ਦੀਆਂ ਲਟਕਦੀਆਂ ਮੰਗਾਂ, ਜਿਸ ਵਿੱਚ ਚੰਡੀਗੜ੍ਹ ਸਮੇਤ ਹੋਰਨਾਂ ਪੰਜਾਬੀ ਬੋਲਦਿਆਂ ਇਲਾਕਿਆਂ ਨੂੰ ਵਾਪਸ ਲੈਣ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦੀ ਮੰਗ ਨੂੰ ਆਨੰਦਪੁਰ ਦੇ ਮਤੇ ਰਾਹੀਂ ਮੋਰਚੇ ਵਿੱਚ ਸ਼ਾਮਿਲ ਕਰ ਲਿਆ। ਜੇ ਉਹ ਸਾਰੇ ਦੇਸ਼ ਲਈ ਵੱਧ ਅਧਿਕਾਰਾਂ ਦਾ ਮੰਗ ਕਰਦਾ ਆਨੰਦਪੁਰ ਸਾਹਿਬ ਦਾ ਮਤਾ, ਫਿਰ ਇਸ ਗੱਲ ਨਾਲ ਵੱਖਵਾਦੀ ਕਹਿ ਕੇ ਕਿਉਂ ਸਾਨੂੰ ਟਾਲਿਆ ਜਾਵੇ। ਕਪੂਰੀ ਦੇ ਇਸ ਮੋਰਚੇ ਤੋਂ ਸ਼ੁਰੂ ਹੋਈ ਗੱਲ ਇੱਕ ਵਾਰ ਫਿਰ ਦਰਬਾਰ ਸਾਹਿਬ ਦੇ ਹਮਲੇ ਤੇ ਜਾ ਪਹੁੰਚੀ। ਕਿਉਂਕਿ ਮਸਲਾ ਸੀ ਸਾਰਾ ਕਨਸਟੀਟਿਊਸ਼ਨਲ। 36 ਮੀਟਿੰਗਾਂ ਹੋਈਆਂ। 36 ਮੀਟਿੰਗਾਂ ਦੇ ਵਿੱਚ ਇਹ ਕਿਹਾ ਗਿਆ ਵੀ ਭਾਈ ਜੋ ਹਿੰਦੁਸਤਾਨ ਦਾ ਵਿਧਾਨ ਹੈ ਉਸ ਦੇ ਮੁਤਾਬਕ ਪੰਜਾਬ ਦੇ ਪਾਣੀਆਂ ਦਾ ਜਿਹੜਾ ਮਸਲਾ ਹੈ ਉਸ ਨੂੰ ਤੁਸੀਂ ਸੈਟਲ ਕਰੋ। To our great disappointment, issues could not be clinched. ਇਸ ਵਾਰ ਭਾਰਤ ਦੀ ਸਰਕਾਰ ਸਿੱਖ ਕੌਮ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦੀ ਸੀ ਕਿ ਉਹ ਮੁੜ ਸਿਰ ਚੁੱਕਣ ਦੀ ਜੁਰਅਤ ਨਾ ਕਰਨ। ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖ ਫਾਰਮਰਸ ਨੂੰ ਖਤਮ ਕਰਨਾ ਸੀ, ਪੰਜਾਬ ਦੀ ਇਕਨੋਮੀ ਨੂੰ ਡਿਸਟਰੋਏ ਕਰਨਾ ਸੀ, ਕਿਉਂਕਿ ਸਾਡੀ ਜਿਹੜੀ ਇਕਨੋਮੀ ਹੈ ਐਗਰੀਕਲਚਰ ਬੇਸਡ ਇਕਨੋਮੀ ਹੈ। ਜੇਕਰ ਵੇਖਦੇ ਹੋ ਕਿਸੇ ਕੌਮ ਨੂੰ ਖਤਮ ਕਰਨ ਦੇ ਵਿੱਚ ਤੇ ਇਹੀ ਜਿਹੜੇ ਉਹਦੇ ਆਰਥਿਕ ਸਰੋਤਾਂ ਦਾ ਲੱਕ ਤੋੜਿਆ ਜਾਂਦਾ ਹੈ। ਉਹ ਤੁਸੀਂ ਆਜ਼ਾਦੀ ਤੋਂ ਪਹਿਲਾਂ ਵੀ ਵੇਖ ਲਓ ਤੇ ਬਾਅਦ 'ਚ ਹੀ ਵੇਖ ਲਓ, ਪੰਜਾਬ ਦੇ ਆਰਥਿਕ ਸਰੋਤਾਂ ਦਾ ਲੱਕ ਹਮੇਸ਼ਾ ਤੋੜਿਆ ਜਾਂਦਾ ਰਿਹਾ। ਉਹ ਸਾਰੀ ਚੀਜ਼ ਨੂੰ ਡਾਇਵਰਟ ਕਰਨ ਦੇ ਲਈ ਇੱਕ ਕੰਪਲਸ਼ਨ ਬਣ ਗਈ ਇੰਦਰਾ ਗਾਂਧੀ ਦੀ ਕਿ ਇਹ ਸਾਰੇ ਮਸਲੇ ਨੂੰ ਲਾਅ ਐਂਡ ਆਰਡਰ 'ਚ ਕਨਵਰਟ ਕਰ ਦਿਓ। ਤੋ ਉਸ ਪ੍ਰੋਬਲਮ ਨੂੰ, ਕਨਸਟੀਟਿਊਸ਼ਨਲ ਪ੍ਰੋਬਲਮ ਨੂੰ ਡਾਇਵਰਟ ਕਰ ਦਿੱਤਾ ਇਨਟੂ ਅ ਲਾਅ ਐਂਡ ਆਰਡਰ ਪ੍ਰੋਬਲਮ। ਇਹ ਇੰਦਰਾ ਗਾਂਧੀ ਦੀ ਬਦਨੀਤੀ, ਬੇਈਮਾਨੀ ਤੇ ਸ਼ਰਾਰਤ। ਪੰਜਾਬ ਅੰਦਰ ਫਿਰਕੂ ਮਾਹੌਲ ਪੈਦਾ ਕਰਨ ਤੇ ਮੋਰਚੇ ਵਿਰੁੱਧ ਜ਼ਹਿਰ ਉਗਲਣ 'ਚ ਜਲੰਧਰ ਦੀ ਮਹਾਸ਼ਾ ਪ੍ਰੈਸ ਤੇ ਆਰਿਆ ਸਮਾਜੀ ਤਾਂ ਕੇਂਦਰ ਦੀ ਸਰਕਾਰ ਨਾਲੋਂ ਵੀ 4 ਕਦਮ ਅੱਗੇ ਹੋ ਨਿਬੜੇ। ਜਿਹੜੀ ਪ੍ਰੈਸ ਹੈ, ਫ੍ਰੀ ਪ੍ਰੈਸ ਜਿਹੜੀ ਅੱਜ ਦੇ ਯੁੱਗ 'ਚ ਕਿਹਾ ਜਾਂਦਾ, ਇਹ ਹੈ ਹੀ ਇਹ ਇਸ ਕਿਸਮ ਦੇ ਪਾਰਲੀਮੈਂਟਰੀ ਜਾਂ ਡੈਮੋਕ੍ਰੈਟਿਕ ਸੈਟਅਪ ਦਾ ਹੀ ਹਿੱਸਾ। ਜਿੰਨੇ ਵੀ ਇੰਸਟੀਟਿਊਸ਼ਨਸ ਹੁੰਦੇ ਇਹਨਾਂ ਦੇ, ਉਹ ਕੋਈ ਵੀ ਇੰਸਟੀਟਿਊਸ਼ਨ ਇਹੋ ਜਿਹਾ ਨਹੀਂ ਜਿਹਨੇ ਕੰਟਰੀਬਿਊਟ ਨਾ ਕੀਤਾ ਹੋਵੇ ਆਪਦੇ ਹਿਸਾਬ ਨਾਲ, ਆਪਦੇ ਐਂਗਲ ਤੋਂ। ਇੱਕ ਪਾਸੇ ਤਾਂ ਪ੍ਰਧਾਨ ਮੰਤਰੀ 2 ਜੂਨ ਤੱਕ ਆਪਣੇ ਭਾਸ਼ਣਾਂ ਰਾਹੀਂ ਇਹ ਕਹਿੰਦੀ ਰਹੀ ਕਿ ਦਰਬਾਰ ਸਾਹਿਬ ਤੇ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਜਾਵੇਗੀ, ਅਤੇ ਦੂਸਰੇ ਪਾਸੇ ਇਸ ਹਮਲੇ ਦੀਆਂ ਤਿਆਰੀਆਂ ਤਾਂ 1982 ਵਿੱਚ ਹੀ ਸ਼ੁਰੂ ਹੋ ਗਈਆਂ ਸਨ। ਸਰਕਾਰ ਜਦੋਂ ਕਹਿੰਦੀ ਹੈ ਕਿ 1984 ਐਜ਼ ਅ ਲਾਸਟ ਰਿਜ਼ੋਰਟ, ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਜਾ ਕੇ ਦੂਰਦਰਸ਼ਨ ਤੇ ਕਹਿੰਦੀ ਆ
ਇਹ ਸਰਾਸਰ ਝੂਠ ਆ, ਕਿਉਂਕਿ ਜਿਹਨੇ ਇਹਦੀ ਪਲੈਨਿੰਗ ਕੀਤੀ ਹੈ ਉਹਨਾਂ ਦਾ ਆਪਣਾ ਜਰਨੈਲ ਲੈਫਟੀਨੈਂਟ ਜਨਰਲ ਐਸ.ਕੇ. ਸਿਨਹਾ ਕਹਿੰਦਾ ਕਿ ਮੈਨੂੰ 18 ਮਹੀਨੇ ਪਹਿਲਾਂ ਇਹਦੀ ਤਿਆਰੀ ਕਰਨ ਦਾ ਹੀ ਕਿਹਾ ਗਿਆ ਸੀ। ਉਹ ਤਾਂ ਇੱਥੇ ਤੱਕ ਕਹਿੰਦਾ ਮੈਂ ਤਿਆਰੀ ਵੀ ਕਰ ਲਈ ਸੀ ਅਤੇ ਮੈਂ ਪਰਸਨਲ ਐਜ਼ ਅ ਸਿਟੀਜ਼ਨ ਆਫ ਇੰਡੀਆ ਵੀ ਮੈਂ ਕਿਹਾ ਕਿ ਇਹ ਪੋਲੀਟੀਕਲ ਮਾਮਲਾ ਹੈਗਾ, ਮੈਨੂੰ ਦੱਸੋ, ਮੈਂ ਇਹਦੀ ਮੀਡੀਏਸ਼ਨ ਕਰਾਉਣ ਲਈ ਤਿਆਰ ਹਾਂ ਐਜ਼ ਅ ਸਿਟੀਜ਼ਨ ਆਫ ਇੰਡੀਆ। ਉਹ ਵੀ ਗੱਲ ਠੁਕਰਾ ਦਿੱਤੀ PMO ਆਫਿਸ ਨੇ। ਇਹਦਾ ਮਤਲਬ ਹੈ ਕਿ ਤਿਆਰੀਆਂ ਤਾਂ 82 'ਚ ਹੋ ਰਹੀਆਂ ਨੇ ਤੇ ਉਦੋਂ 82 ਤੱਕ ਤਾਂ ਹਰਿਮੰਦਰ ਸਾਹਿਬ ਦੇ ਉੱਪਰ ਕੋਈ ਮੋਰਚਾਬੰਦੀ ਨਹੀਂ। ਤੇ ਫਿਰ ਦਰਬਾਰ ਸਾਹਿਬ ਤੇ ਹਮਲੇ ਲਈ ਜੋ ਦਿਨ ਚੁਣਿਆ ਗਿਆ, ਇਹਨਾਂ ਨੇ ਜਾਣ ਬੁੱਝ ਕੇ ਗੁਰੂ ਅਰਜਨ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਵਾਲਾ ਦਿਹਾੜਾ ਚੁਣਿਆ ਤਾਂ ਕਿ ਸ਼ਹੀਦੀ ਪੁਰਬ ਤੇ ਵੱਧ ਤੋਂ ਵੱਧ ਸਿੱਖ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਆ ਜਾਣ ਤਾਂ ਕਿ ਉਹਨਾਂ ਸਾਰਿਆਂ ਦੀ ਕਤਲੇਆਮ ਕੀਤੀ ਜਾ ਸਕੇ। ਸੋ ਇਹ ਜਿਹੜਾ ਝੂਠ ਵਾਰ-ਵਾਰ ਦੁਹਰਾਇਆ ਜਾਂਦਾ, ਉਹਨਾਂ ਦੇ ਆਪਣੇ ਡਾਕੂਮੈਂਟਸ ਦੇ ਮੁਤਾਬਕ ਤੇ ਉਹਨਾਂ ਦੇ ਆਪਣੇ ਪਲੈਨਰਸ ਦੇ ਮੁਤਾਬਕ ਜਿੰਨੇ ਵੀ ਸਾਡੇ ਕੋਲ ਤੱਥ ਨੇ, ਫੈਕਟਸ ਨੇ, ਇਹ ਲੋਕਤੰਤਰ ਦੇ ਕੇਂਦਰ ਦੀ ਗੱਲ ਹੀ ਨਹੀਂ ਰਹਿ ਜਾਂਦੀ, ਕਿਉਂਕਿ ਲੋਕਤੰਤਰ ਦੇ ਕੇਂਦਰ ਉਸ ਵੇਲੇ ਸੈਮੀ ਡਿਕਟੇਟਰਸ਼ਿਪ ਫਾਰਮ ਵਿੱਚ ਬਾਹਰ ਆ ਚੁੱਕੇ ਸੀ ਤੇ ਉਹਨਾਂ ਦਾ ਜਰਨਲਿਸਟ ਨੂੰ ਬਾਹਰ ਕੱਢ ਦੇਣਾ ਪੂਰੇ ਪੰਜਾਬ 'ਚੋਂ। ਸੋ ਕੌਣ ਲੁਕਾ ਰਿਹਾ ਕਿਹੜੀ ਗੱਲ ਨੂੰ, ਬੜਾ ਜ਼ਾਹਿਰ ਹੈਗਾ। So we objected to this, and he said, you've got to go for your safety. So I argued with him. I said, look, if it's for our safety we've got to go, we should go in the daytime because it's dark now and it'll be unsafe. Of course, why I was actually arguing that was because if we went in the daytime, we might hope to see something. ਦੱਸੋ, ਬਲੂ ਸਟਾਰ ਐਕਸ਼ਨ ਦੇ ਵਿੱਚ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਫੌਜ ਨੇ ਜਿਹੜੇ ਬੰਦੇ ਮਾਰੇ ਸੀ ਉਹਨਾਂ ਦੀ ਲਿਸਟ ਅੱਜ ਤੱਕ ਸਾਨੂੰ ਦਿੱਤੀ ਹੈ। 2-2 ਮਹੀਨਿਆਂ ਦੇ ਬੱਚਿਆਂ ਨੂੰ ਤੁਸੀਂ ਠੁੱਡੇ ਮਾਰ-ਮਾਰ ਕੇ ਤੁਹਾਡੇ ਮਿਲਟਰੀ ਵਾਲਿਆਂ ਨੇ ਉਹਨਾਂ ਨੂੰ ਕਤਲ ਕੀਤਾ। ਜਿਹੜੀਆਂ ਸੰਸਾਰ ਦੀਆਂ ਹਿਊਮਨ ਰਾਈਟਸ ਜਥੇਬੰਦੀਆਂ ਨੇ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਭਾਰਤ ਦੇ ਵਿੱਚ ਕੀ ਕੀਤਾ ਇਹਨਾਂ ਲੋਕਾਂ ਨੇ ਸਾਡੇ ਨਾਲ। ਦਿੱਲੀ ਤੋਂ 80 ਕਿਲੋਮੀਟਰ ਦੂਰ 1947 ਵਿੱਚ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਸਿੱਖਾਂ ਦਾ ਇਹ ਪਿੰਡ ਹੋਂਦ ਚਿੱਲੜ, ਜਿੱਥੇ ਅੱਜ ਸਿਵਾਏ ਇਹਨਾਂ ਖੰਡਰਾਂ ਦੇ ਕੁਝ ਵੀ ਨਹੀਂ। ਪਰ ਹੈਰਾਨੀ ਦੀ ਗੱਲ ਇਹ, 2 ਨਵੰਬਰ 1984 ਨੂੰ ਹਰਿਆਣੇ ਦੇ ਨਕਸ਼ੇ ਤੋਂ ਮਿਟਾਏ ਸਿੱਖਾਂ ਦੇ ਇਸ ਪਿੰਡ ਬਾਰੇ ਸੰਨ 2010 ਤੱਕ ਨਾ ਕੋਈ ਖਬਰ, ਨਾ ਕੋਈ ਤਫਤੀਸ਼ ਤੇ ਨਾ ਕੋਈ ਪੁਲਿਸ ਕਾਰਵਾਈ, ਜਿਵੇਂ ਕਦੇ ਕੁਝ ਹੋਇਆ ਹੀ ਨਾ ਹੋਵੇ। 84 में इनके करीबन 12 बंदे थे जो होद गांव चिल्लड़ के नज़दीक है, वहाँ रहते थे। तो सारा परिवार ही ख़त्म हो गया था। ये यहाँ रिवाड़ी में आई हुई थी अपने मामों के घर, और भैंस भूस ने मार दिया था इसको, इसलिए डॉक्टर के दिखाने के लिए 6 साल उम्र थी तब इसकी। 12 बंदे थे, सारे ख़त्म हो गए थे। मम्मी पापा भाई बहन सारे जो भी थे 12 बंदे, दादा दादी बुआ सब वहीं थे। ਇਹ ਸਾਰਾ ਕੁਝ ਕੋਈ ਉੜੀਸਾ ਦੇ ਜੰਗਲਾਂ ਜਾਂ ਪਹਾੜਾਂ ਦੀਆਂ ਕੰਦਰਾਂ 'ਚ ਨਹੀਂ ਵਾਪਰਿਆ, ਸਗੋਂ ਦੇਸ਼ ਦੀ ਰਾਜਧਾਨੀ ਤੋਂ ਸਿਰਫ 80 किलोमीटर ਦੀ ਦੂਰੀ ਤੇ ਹੋਇਆ। वहाँ बसें भर के आई थी, 3-4 बसें भर के आई थी। उन्होंने रात को ही धावा बोल दिया था, कुछ उसके ऊपर डीजल डाल के किसी को कैसे टायरों में मतलब जला के बुरी तरह मारा। ਆਪਣੀ ਬਾਂਹ ਦੇ ਇਲਾਜ ਲਈ ਨਾਨਕੇ ਘਰ ਆਈ 6 ਵਰਿਆਂ ਦੀ ਇਸ ਮਾਸੂਮ ਸੁਰਜੀਤ ਕੌਰ ਨੂੰ ਕੀ ਪਤਾ ਸੀ ਕਿ ਉਸ ਨੂੰ ਮੁੜ ਆਪਣਾ ਘਰ ਨਸੀਬ ਹੀ ਨਹੀਂ ਹੋਵੇਗਾ। ਬਾਂਹ ਦੀ ਤਕਲੀਫ ਤਾਂ ਉਸ ਨੂੰ ਯਾਦ ਨਹੀਂ, ਪਰ 5 ਸਾਲਾਂ ਦਾ ਉਹ ਇੱਕ ਪਲ ਉਸ ਨੂੰ ਅੱਜ ਵੀ ਯਾਦ ਹੈ।
ਜਦੋਂ ਉਹ ਦਰਵਾਜ਼ੇ ਮੂਹਰੇ ਬੈਠ ਆਪਣੇ ਮਾਂ ਪਿਓ ਨੂੰ ਉਡੀਕਦੀ ਰਹਿੰਦੀ ਕਿ ਕਦ ਉਹ ਆਉਣ ਤੇ ਕਦ ਉਹ ਆਪਣੇ ਭੈਣ ਭਰਾਵਾਂ ਕੋਲ ਘਰ ਜਾਵੇ। ਅਖੀਰ 5 ਸਾਲਾਂ ਬਾਅਦ ਉਸ ਨੂੰ ਆਪਣੇ ਪਰਿਵਾਰ ਉੱਪਰ ਬੀਤੀ ਹੋਣੀ ਦਾ ਪਤਾ ਲੱਗਾ। 2 ਨਵੰਬਰ 1984 ਦਾ ਉਹ ਮਨਹੂਸ ਦਿਨ, ਜਿਸ ਨੇ ਇੱਕ ਝਟਕੇ ਨਾਲ ਉਸ ਦਾ ਸਾਰਾ ਪਰਿਵਾਰ, ਘਰ-ਬਾਰ ਤੇ ਬਚਪਨ ਖੋਹ ਲਿਆ ਸੀ। ਨਾਨਾ ਨਾਨੀ ਦੀਆਂ ਪੱਥਰ ਹੋਈਆਂ ਅੱਖਾਂ ਅੱਜ ਵੀ ਉਸ ਨੂੰ ਸੌਣ ਨਹੀਂ ਦਿੰਦੀਆਂ। ਜੇਕਰ ਇਸ ਭਿਆਨਕ ਕਤਲੇਆਮ ਦੀ 17 ਸਾਲਾਂ ਤੱਕ ਕੋਈ ਉੱਗ-ਸੁੱਗ ਵੀ ਨਹੀਂ ਸੀ, ਇੱਥੋਂ ਤੱਕ ਕਿ ਜਿਸ ਕੌਮ ਦੇ ਲੋਕਾਂ ਨਾਲ ਇਹ ਹੋਣੀ ਵਾਪਰੀ, ਉਹ ਕੌਮ ਵੀ ਇਸ ਬਾਰੇ ਬੇਖਬਰ ਸੀ, ਤਾਂ ਅਜਿਹੇ ਹੋਰ ਕਿੰਨੇ ਹੋਂਦ ਚਿੱਲੜ ਅਜੇ ਹੋਣਗੇ, ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। This kind of a carnage cannot take place unless the police are complicit. ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਐਡਾ ਵੱਡਾ ਕਤਲੇਆਮ ਹੋ ਹੀ ਨਹੀਂ ਸਕਦਾ। ਪੁਲਿਸ ਪੂਰੀ ਤਰ੍ਹਾਂ ਸ਼ਾਮਲ ਸੀ। ਉਹਦੀ ਉਦਾਹਰਨ ਤ੍ਰਿਲੋਕਪੁਰੀ ਦਾ ਕਤਲੇਆਮ। ਜਮਨਾ ਪਾਰ ਦੇ ਇਸ ਇਲਾਕੇ ਦਾ ਦੁਖਾਂਤ ਸਿਰਫ ਇਹ ਨਹੀਂ ਕਿ ਇੱਥੋਂ ਦੇ ਸਾਰੇ ਸਿੱਖ ਆਦਮੀ ਕੋ ਕੇ ਮਾਰ ਮੁਕਾਏ, ਸਗੋਂ ਇਸ ਦਾ ਦੁਖਾਂਤ ਇਹ ਵੀ ਹੈ ਕਿ ਜੋ ਬੇਪਤੀ ਸਿੱਖ ਬੀਬੀਆਂ ਦੀ ਇੱਥੇ ਹੋਈ, ਉਹ ਸ਼ਾਇਦ ਪੂਰੇ ਸਿੱਖ ਇਤਿਹਾਸ ਵਿੱਚ ਕਦੇ ਨਹੀਂ ਹੋਈ, ਨਾ ਮੁਗਲ ਹਕੂਮਤ ਸਮੇਂ ਤੇ ਨਾ ਹੀ ਅੰਗਰੇਜ਼ ਸਾਮਰਾਜ ਹੇਠ। ਇਸ ਬਸਤੀ ਦੀਆਂ ਸਾਰੀਆਂ ਸਿੱਖ ਬੀਬੀਆਂ, ਕੀ ਬਜ਼ੁਰਗ ਕੀ ਬੱਚੀਆਂ, ਉਹਨਾਂ ਨੂੰ ਪਬਲਿਕਲੀ ਅਲਫ ਨੰਗਿਆਂ ਕਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਸ ਚੌਂਕ ਵਿੱਚ ਬਿਠਾਇਆ ਗਿਆ। ਦੇਖੋ ਨਾ ਕੀ 23 ਸਾਲ ਦੀ ਮੇਰੀ ਉਮਰ ਸੀ, ਸਾਰੀ ਸੁੱਤਿਆ ਹੋ ਚੁੱਕੇ ਹੁੰਦੀ ਬੱਚਿਆਂ ਨੂੰ। ਪੂਰੀ ਰਾਤ ਤਮਾਸ਼ਬੀਨ ਬਣੀ ਭੀੜ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਨਾਲ ਗੈਂਗ ਰੇਪ ਕੀਤੇ ਗਏ। ਸਿਗਰਟਾਂ ਨਾਲ ਉਹਨਾਂ ਦੀਆਂ ਛਾਤੀਆਂ ਤੇ ਸਰੀਰਾਂ ਉੱਤੇ ਨਿਸ਼ਾਨ ਪਾਏ ਗਏ। ਉਹਨਾਂ ਦੇ ਕੱਪੜੇ ਤੱਕ ਜਲਾ ਦਿੱਤੇ ਤਾਂ ਕਿ ਦਿਨ ਚੜ੍ਹੇ ਜਾਂ ਤਾਂ ਉਹ ਸ਼ਰਮ ਦੀਆਂ ਮਾਰੀਆਂ ਕਿਸੇ ਗੰਦੇ ਨਾਲੇ ਵਿੱਚ ਡੁੱਬ ਮਰਨ ਤੇ ਜਾਂ ਫਿਰ The machinery of India has been very consistent, is the word I want to use, in how it's represented atrocities, how it continues to conceal, and how it continues to deny. ਤੁਸੀਂ ਜਦ ਗਵਰਨਮੈਂਟ ਦੇ ਜਿਹੜੇ ਐਕਸਟਰਨਲ ਰੂਪਸ ਨੇ ਪਾਰਟੀਆਂ ਦੇ ਰੂਪ ਵਿੱਚ ਉਹ ਚੇਂਜ ਹੁੰਦੇ ਰਹਿੰਦੇ ਨੇ, ਗੱਲ ਆ ਜਾਂਦੀ ਹੈ ਕਿ ਸਰਕਾਰ ਦੀਆਂ ਪਾਲਿਸੀਆਂ ਕੀ ਨੇ। 3 ਕਿਸਮ ਦੀ ਮਾਈਨੋਰਿਟੀਜ਼ ਦੇ ਪ੍ਰਤੀ, ਇੱਕ ਜੈਂਡਰ ਮਾਈਨੋਰਿਟੀ ਹੈਗੀ ਆ, ਇੱਕ ਤੁਹਾਡੀ ਐਥਨਿਕ ਮਾਈਨੋਰਿਟੀ ਆ ਤੇ ਇੱਕ ਰਿਲੀਜੀਅਸ ਮਾਈਨੋਰਿਟੀ ਆ। ਤੇ ਜੇ ਪਿਛਲੇ 47 ਤੋਂ ਬਾਅਦ ਦੇਖੀਓ ਤਾਂ ਬੜੀ ਕਲੀਅਰ ਹੈਗੀ ਆ ਕਿ ਮਾਈਨੋਰਿਟੀਜ਼ ਨੂੰ ਆਪਸ ਦੇ ਵਿੱਚ ਲੜਾ ਦਿੰਦੇ ਨੇ, ਉਹਨਾਂ ਨੂੰ ਕੁਝ ਰਾਈਟ ਦੇ ਦਿੰਦੇ ਨੇ, ਬਟ ਓਵਰਆਲ ਜਿਹੜੇ ਰਾਈਟਸ ਆ ਸ਼ੇਅਰਿੰਗ ਦੀ ਗੱਲ ਉਹ ਕਿਤੇ ਨਜ਼ਰ ਨਹੀਂ ਆ ਰਹੀ। Carnage was not a one-off event. It was not just something that happened in 84. It was followed by this kind of a very brazen cover-up in which so many institutions were involved. We are able to design institutions in such a way that they again work in favor of the people controlling the machine or controlling the system. ਸੋ ਸਾਰਾ ਇਤਿਹਾਸ ਬਾਹਮਣ ਦਾ ਇਹ ਪਿਆ, ਹਜ਼ਾਰਾਂ ਸਾਲਾਂ ਦਾ, ਮਤਲਬ ਕੋਈ ਸਾਲ ਸੈਂਕੜਿਆਂ ਦਾ ਨਹੀਂ, ਵੀ ਜਦੋਂ ਹੀ ਕਿਸੇ ਸੈਕਸ਼ਨ ਨੇ ਇਹਨਾਂ ਦੀ ਇਸ ਅਥਾਰਟੀ ਨੂੰ ਚੈਲੰਜ ਕੀਤਾ, ਇਹ ਇਨਜਸਟਿਸ ਨੂੰ ਚੈਲੰਜ ਕਰਤਾ ਵੀ ਨਹੀਂ ਸਾਨੂੰ ਇਨਸਾਫ ਚਾਹੀਦਾ। ਇਨਸਾਫ ਦਾ ਮਤਲਬ ਬਰਾਬਰੀ ਦੇ ਪੱਧਰ ਦੇ ਉੱਤੇ, ਉਦੋਂ ਇਹਨਾਂ ਨੇ ਟੋਲਰੇਟ ਨਹੀਂ ਕੀਤਾ। ਫਿਰ ਇਹਨਾਂ ਨੂੰ ਜਿਸ ਹੱਦ ਤੱਕ ਵੀ ਜਾਣਾ ਪਿਆ ਉਸ ਹੱਦ ਤੱਕ ਗਏ। ਇੱਧਰ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਦਰਬਾਰ ਸਾਹਿਬ ਤੇ ਹਮਲਾ, ਤੇ ਫਿਰ
ਆਪਰੇਸ਼ਨ ਵੁੱਡਰੋਜ਼ ਅਤੇ ਉਧਰ ਪੰਜਾਬ ਦੀ ਬਰਬਾਦੀ ਦੇ ਸਮਝੌਤੇ ਦੀ ਤਿਆਰੀ। ਰਾਜੀਵ ਲੌਂਗੋਵਾਲ ਅਕੋਰਡ, ਜਿਸ ਵਿੱਚ SYL ਨੂੰ ਖੁਦ ਪੱਟ ਕੇ ਦੇਣ ਦੇ ਸਮਝੌਤੇ ਤੇ ਦਸਤਖਤ ਕਰਵਾਏ ਗਏ। ਉਹ SYL ਜਿਸ ਨੂੰ ਰੋਕਣ ਦੀ ਗੁਸਤਾਖੀ ਬਦਲੇ ਭਾਰਤੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੰਡਰ ਬਣਾ ਦਿੱਤਾ ਸੀ। ਸਰਦਾਰ ਹਰਚੰਦ ਸਿੰਘ ਲੌਂਗੋਵਾਲ ਜਿਹੜੇ ਸੀਗੇ ਉਹਨਾਂ ਦੇ ਕੋਲ ਕੋਈ ਵਿਧਾਨਕ ਪੋਜੀਸ਼ਨ ਨਹੀਂ ਸੀਗੀ, ਇਸ ਕਰਕੇ ਬਹੁਤੇ ਜਿਹੜੇ ਮਾਰ ਕਹਿੰਦੇ ਆ ਵੀ ਇਹ ਸਮਝੌਤਾ ਵੈਲਿਡ ਨਹੀਂ ਗਿਣਿਆ ਜਾਣਾ ਚਾਹੀਦਾ। ਪਰ ਇਹ ਅੱਜ ਤੱਕ ਵੀ ਜਿੰਨੇ ਵੀ ਲੀਗਲ ਕੇਸ ਹੋਏ ਆ ਪੰਜਾਬ ਦੇ ਜਾਂ ਕੁਝ ਵੀ ਹੋ ਰਿਹਾ, ਜੋ ਕੁਝ ਵੀ ਹੋ ਰਿਹਾ, ਉਹਦੇ ਵਿੱਚ ਇਸ ਸਮਝੌਤੇ ਦੀ ਗੱਲ ਕੀਤੀ ਜਾਂਦੀ ਹੈ, ਅੱਜ ਤੱਕ ਵੀ ਕੀਤੀ ਜਾਂਦੀ ਹੈ। ਇਹ ਸਿਰਫ ਪਾਣੀ ਦੀ ਗੱਲ ਨਹੀਂ ਸੀ, ਇਹ ਤਾਂ ਪੰਜਾਬੀਆਂ ਦੀ ਹੋਂਦ ਦਾ ਸਵਾਲ ਸੀ। ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਨਿਰਭਰ ਹੈ ਇਸ ਤੇ, ਜਿਸ ਲਈ ਇੰਨਾ ਖੂਨ ਡੁੱਲਿਆ, ਇੰਨਾ ਕੁਛ ਹੋਇਆ। ਪਰ ਇਹ ਸਾਰੇ ਕਾਸੇ ਦੇ ਬਾਵਜੂਦ ਨਹਿਰ ਫੇਰ ਬਣਨੀ ਸ਼ੁਰੂ ਹੋ ਗਈ। ਹਰਿਆਣੇ ਵਾਲਾ ਪਾਸਾ ਤਾਂ ਪਹਿਲਾਂ ਹੀ ਤਿਆਰ ਪਿਆ, ਤੇ ਜਿਹੜਾ ਨੰਗਲ ਤੋਂ ਰੋਪੜ ਤੱਕ ਦਾ ਹਿੱਸਾ ਉਹਦੇ 'ਚ ਵੀ ਪਾਣੀ ਛੱਡਿਆ ਹੋਇਆ। ਭਾਖੜਾ ਮੇਨ ਲਾਈਨ ਦੇ ਨਾਲ ਜਿਹੜੀ ਦੂਜੀ ਪੱਕੀ ਨਹਿਰ ਆ ਉਹ SYL ਹੀ ਆ। ਰੋਪੜ ਤੋਂ ਉਸ ਨੂੰ ਆਰਜੀ ਤੌਰ ਤੇ ਮੁੜ ਸਤਲੁਜ ਸਿਰਫ ਇਸੇ ਕਰਕੇ ਪਾਇਆ ਕਿਉਂਕਿ ਪੰਜਾਬ ਵਾਲਾ ਬਾਕੀ ਦਾ ਹਿੱਸਾ ਪੂਰੀ ਤਰ੍ਹਾਂ ਤਿਆਰ ਨਹੀਂ, ਪੱਟਿਆ ਹੋਇਆ ਪਰ ਪੱਕਾ ਨਹੀਂ ਹੋਇਆ। ਤੇ ਇਸ ਸਮਝੌਤੇ ਪਿੱਛੋਂ ਉਹਨੂੰ ਪੱਕਾ ਕਰਨ ਦਾ ਜਿਹੜਾ ਕੰਮ ਸੀ ਉਹ ਜੰਗੀ ਪੱਧਰ ਤੇ ਸ਼ੁਰੂ ਹੋ ਗਿਆ। ਸੈਂਟਰ ਦੀ ਹਦਾਇਤ ਸੀ ਵੀ ਇਹਨੂੰ 15 ਅਗਸਤ 1986 ਤੱਕ ਪੂਰਾ ਕਰਕੇ ਦੇਣਾ। ਰੋਪੜ ਤੋਂ ਚੁੰਨੀ ਕਲਾਂ ਤੱਕ ਤਾਂ ਇਹ ਪੱਕੀ ਵੀ ਹੋ ਗਈ ਸੀ, ਤਾਂ ਅਖੀਰ ਪੰਜਾਬ ਦੇ ਜੁਝਾਰੂਆਂ ਨੂੰ ਇਹਨੂੰ ਬੰਦੂਕ ਦੇ ਜ਼ੋਰ ਤੇ ਰੋਕਣਾ ਪਿਆ। ਇਸ ਕੰਟੈਕਸ ਦੇ ਵਿੱਚ ਜਿਹੜੀ ਆ ਮਿਲੀਟੈਂਸੀ ਨੇ ਜਨਮ ਲਿਆ। ਕੋਈ ਹੋਰ ਸਾਧਨ ਨਹੀਂ ਛੱਡੇ ਗਏ, ਸੁਪਰੀਮ ਕੋਰਟ ਵਾਲਾ ਸਾਧਨ ਨਹੀਂ ਛੱਡਿਆ ਗਿਆ, ਨੈਗੋਸ਼ੀਏਟਿੰਗ ਟੇਬਲ ਤੇ ਨਹੀਂ ਤੁਹਾਨੂੰ ਜਾ ਕੇ ਕੋਈ ਇਨਸਾਫ ਮਿਲਿਆ। ਤੁਸੀਂ ਪੀਸਫੁਲ ਨੌਨ ਵਾਇਲੈਂਟ ਐਜੀਟੇਸ਼ਨ ਕੀਤਾ ਤਾਂ ਤੁਹਾਨੂੰ ਇਨਸਾਫ ਨਹੀਂ ਮਿਲਿਆ। ਤੁਹਾਡਾ ਜਿਹੜਾ ਸੈਂਟਮ ਸਿੰਟੋਰਮ ਸੀ, ਸਿੱਖੀ ਦਾ ਦਿਲ ਸੀ, ਉਸ ਨੂੰ ਤੈਸ਼ ਨੈਸ਼ ਕਰ ਦਿੱਤਾ ਤਾਂ ਤੁਹਾਨੂੰ ਇਨਸਾਫ ਨਹੀਂ ਮਿਲਿਆ। तो ये सारे कॉन्टेक्स्ट की एक ट्रैजिक स्टोरी है। And in democracy also, though we say democracy is substitute and without violence we can still create an equal society, it is not working out that way. Elections are not fair, courts are not just, press is not impartial, and your other systems of howsoever you may do it, it is actually completely biased in favor of the existing power structure. Democracy is a bulldozer. It's much worse than a dictatorship. It requires legitimate government. And legitimate government has done Blue Star, and legitimate government has ordered army, and legitimate laws are made, Armed Forces Special Power Act, and TARDA, rest of the country is applauding. So when you are considered anti-Indian, there is a very powerful law in India that can be employed, and that is the law of sedition. ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਂ ਤੇ ਕੋਈ ਵੀ ਜੁਰਮ ਮਾਫ ਹੈ ਉਹਨਾਂ ਦਾ। ਸਿਰਫ ਐਸਟੈਬਲਿਸ਼ ਕਰਨ ਦੀ ਲੋੜ ਹੁੰਦੀ ਹੈ ਵੀ ਇਹ ਖਤਰਾ ਹੈ, ਉਹਦੇ ਵਾਸਤੇ ਝੂਠ ਬੋਲਣ ਦੀ ਲੋੜ ਹੁੰਦੀ ਹੈ। ਉਹ ਝੂਠ ਬੋਲਣ ਦੀ ਪੂਰੀ ਕਲਾ ਚਾਹੀਦੀ ਹੈ, ਉਹ ਇਹਨਾਂ ਕੋਲ ਸੀਗੀ। ਮੀਡੀਆ ਇਹਨਾਂ ਦੇ ਨਾਲ ਸੀਗਾ, ਮਾਈਂਡ ਇਹਨਾਂ ਕੋਲ ਹੈਗਾ ਇਸ ਕਿਸਮ ਦਾ, ਜਿਹੜਾ ਨਾ ਵੀ ਕੁਛ ਫੈਕਟਸ ਨੂੰ ਇਸ ਤਰ੍ਹਾਂ ਸਪਿਨ ਕਰਨਾ, ਕੁਛ ਕਨਕੌਕਟ ਕਰਨਾ, ਜਿਵੇਂ ਖੰਭਾਂ ਦੀਆਂ ਡਾਰਾਂ ਬਣਾਉਣੀਆਂ, ਫਿਰ ਗੱਲ ਨੂੰ ਲੌਜਿਕ ਦੇ ਸਿਰੇ ਤੱਕ ਲੈ ਜਾਣਾ, ਉਹ ਸਾਰੀਆਂ ਗੱਲਾਂ ਖਿੱਚ ਕੇ ਵੀ ਇਸ ਤਰ੍ਹਾਂ ਜਿਹਨੂੰ ਆ ਡੈਮਨਾਈਜ਼ ਕਰਨਾ। ਵੀ ਜਦੋਂ ਤੁਸੀਂ ਇੱਕ ਵਰਗ ਨੂੰ ਡੈਮਨਾਈਜ਼ ਕਰਤਾ ਤੇ ਲੋਕਾਂ ਨੂੰ ਇਹ ਦਿਖਾਤਾ, ਇਹਦੇ 'ਚ ਇਹ ਕਾਮਯਾਬ ਹੁੰਦੇ ਨੇ। ਇਹਦੇ 'ਚ ਹਿੰਦੂ ਸਮਾਜ ਦੀਆਂ ਸਾਰੀਆਂ ਲੇਅਰਸ ਅਫੈਕਟ ਹੋ ਜਾਂਦੀਆਂ ਸਾਰੀਆਂ। ਭਾਰਤ ਦੀ ਸੱਤਾ ਤੇ ਕਾਬਜ਼ ਇਹ ਫਿਰਕੂ ਸੋਚ ਹਮੇਸ਼ਾ ਦੀ ਤਰ੍ਹਾਂ ਦੁਨੀਆ ਨੂੰ ਮੂਰਖ ਬਣਾ ਰਹੀ ਹੈ, ਤੇ ਉਸ ਦੀ ਇਸ ਖੇਡ ਵਿੱਚ ਸਰਕਾਰੀ ਮਸ਼ੀਨਰੀ ਤੋਂ ਇਲਾਵਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦਾ ਸਰਮਾਏਦਾਰ ਵਰਗ ਪੂਰੀ ਤਰ੍ਹਾਂ ਸ਼ਾਮਿਲ ਹੈ। ਮਾਈਨੋਰਿਟੀਜ਼ ਦਾ ਫਿਊਚਰ ਹਿੰਦੁਸਤਾਨ ਦੇ ਵਿੱਚ ਹੀ ਬੜਾ ਕਲੀਅਰ ਹੈਗਾ ਕਿ ਇਸ ਵੇਲੇ ਸਾਰੀਆਂ ਮਾਈਨੋਰਿਟੀ ਕਮਿਊਨਿਟੀਜ਼ ਦੀ ਫਰਸਟ ਐਂਡ ਸੈਕੰਡ ਲੈਵਲ ਦੀ ਲੀਡਰਸ਼ਿਪ ਨੂੰ ਜਾਂ ਤਾਂ ਉਹਨਾਂ ਨੇ ਐਕਸਟ੍ਰੀਮਿਸਟ ਦੇ ਵਾਂਗੂ ਪੇਸ਼ ਕਰ ਦਿੱਤਾ ਹੈਗਾ ਜਾਂ ਉਹਨਾਂ ਨੂੰ ਕੋਆਪਟ ਕਰ ਲਿਆ। ਫਿਊਚਰ ਇਜ਼ ਬਲੀਕ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 2004 ਦੇ ਵਿੱਚ ਇਹ
SYL ਫੇਰ ਖਬਰਾਂ ਦੇ ਵਿੱਚ ਆਈ ਜਦੋਂ 2002 ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਇਸ ਨਹਿਰ ਨੂੰ ਦੁਬਾਰਾ ਬਣਾਉਣ ਲਈ। 2004 ਦੇ ਵਿੱਚ ਇਹਨਾਂ ਵਾਸਤੇ ਇੱਕ ਬੜਾ ਸੰਵਿਧਾਨਕ ਸੰਕਟ ਖੜਾ ਹੋ ਗਿਆ ਪੰਜਾਬ ਸਰਕਾਰ ਲਈ ਵੀ ਇਹ ਨਹਿਰ ਬਣਾਉਣ ਕਿ ਨਾ ਬਣਾਉਣ, ਕਿਉਂਕਿ ਉਹਨਾਂ ਨੇ ਸੁਪਰੀਮ ਕੋਰਟ ਦੇ ਆਰਡਰ ਸੀ ਇਸ ਨਹਿਰ ਨੂੰ ਫਿਨਿਸ਼ ਕੀਤਾ ਜਾਵੇ, SYL ਨੂੰ ਫਿਨਿਸ਼ ਕੀਤਾ ਜਾਵੇ। ਉਦੋਂ ਬਾਅਦ ਕੀ ਹੋਇਆ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਟਰਮੀਨੇਸ਼ਨਸ ਆਫ ਐਗਰੀਮੈਂਟਸ ਐਕਟ 2004 ਲਿਆਂਦਾ, ਜੋ ਕਿ 12 ਜੁਲਾਈ 2004 ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ। ਉਹਦੇ ਵਿੱਚ ਇਹਨਾਂ ਨੇ ਇਹ ਲਿਆਂਦਾ ਵੀ ਅਸੀਂ ਜਿਹੜੇ ਪਾਣੀਆਂ ਦੇ ਸਮਝੌਤੇ ਆ, ਉਹ ਪਿਛਲੇ ਜਿਹੜੇ ਵੀ ਸਮਝੌਤੇ ਹੋਏ ਇਸ ਡੇਟ ਤੋਂ ਪਹਿਲਾਂ, ਉਹ ਸਾਰੇ ਅਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੈਂਸਲ ਕਰ ਰਹੇ ਹਾਂ। ਪਰ ਜਿਹੜੇ ਮਾਹਰ ਆ, ਪਾਣੀਆਂ ਦੇ ਮਾਹਰ ਆ, ਉਹ ਕਹਿੰਦੇ ਵੀ ਇਹਦੇ ਵਿੱਚ ਵੀ ਕੁਝ ਊਣਤਾਈਆਂ ਰਹਿ ਗਈਆਂ ਜਿਹੜੇ ਇਹਨਾਂ ਨੇ ਐਕਟ ਪਾਸ ਕੀਤਾ ਉਦੋਂ। ਇਸ ਐਕਟ ਨੂੰ ਪੰਜਾਬ ਦੀਆਂ ਤਿੰਨੇ ਵੱਡੀਆਂ ਪਾਰਟੀਆਂ ਉਸ ਟਾਈਮ ਦੀਆਂ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸਰਬਸੰਮਤੀ ਦੇ ਨਾਲ ਪੰਜਾਬ ਵਿਧਾਨ ਸਭਾ 'ਚ ਪਾਸ ਕੀਤਾ। ਉਹਦੇ ਵਿੱਚ ਇੱਕ ਜਿਹੜੀ ਵੈਰੀ ਕੰਟਰੀਵਰਸ਼ੀਅਲ ਸੀਗੀ ਕਲੌਜ਼ 5 ਐਡ ਕਰ ਦਿੱਤੀ ਗਈ, ਜਿਹਦਾ ਅੱਜ ਤੱਕ ਵੀ ਰੌਲਾ ਚੱਲ ਰਿਹਾ। ਉਹਦੇ ਵਿੱਚ ਇਹ ਕਿਹਾ ਗਿਆ ਕਿ ਦੂਸਰੀਆਂ ਸਟੇਟਾਂ ਨੂੰ ਜਿੰਨਾ ਪਾਣੀ ਅੱਜ ਦੀ ਡੇਟ ਦੇ ਵਿੱਚ 12 ਜੁਲਾਈ 2004 ਨੂੰ ਜਾ ਰਿਹਾ ਦੂਸਰੀਆਂ ਸਟੇਟਾਂ ਨੂੰ, ਪੰਜਾਬ ਦੇ ਦਰਿਆਵਾਂ ਦਾ ਪਾਣੀ ਨੌਨ ਰਾਈਪੇਰੀਅਨ ਸਟੇਟਾਂ ਅਤੇ ਰਾਈਪੇਰੀਅਨ ਸਟੇਟਾਂ ਜਿੰਨੀਆਂ ਵੀ ਸੀਗੀਆਂ, ਉਨਾ ਹੀ ਪਾਣੀ ਉਹਨਾਂ ਨੂੰ ਜਾਂਦਾ ਰਹੂਗਾ। ਇਹ ਕਲੌਜ਼ ਨੰਬਰ 5 ਉਸ ਐਕਟ ਦੇ ਵਿੱਚ ਪਾ ਦਿੱਤੀ ਗਈ ਉਦੋਂ। ਇਹ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਇਆ। ਪੰਜਾਬ ਦੇ ਵਿੱਚ ਸਰਕਾਰਾਂ ਚਾਹੇ ਕਿਸੇ ਤਰ੍ਹਾਂ ਦੀ ਵੀ ਰਹੀਆਂ, ਕਈ ਤਰ੍ਹਾਂ ਦੇ ਗੈਰ ਸੰਵਿਧਾਨਕ ਸਮਝੌਤਿਆਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀਆਂ ਤੋਂ ਸਾਈਨ ਕਰਵਾਏ ਗਏ, ਪਰ ਕਦੀ ਵੀ ਪੰਜਾਬ ਦੀ ਵਿਧਾਨ ਸਭਾ ਨੇ ਜਾਂ ਪੂਰੀ ਵਿਧਾਨਕ ਟੀਮ ਨੇ ਕਿਸੇ ਵੀ ਸਮਝੌਤੇ ਦੇ ਉੱਤੇ ਮੋਹਰ ਨਹੀਂ ਸੀ ਲਾਈ ਜਿਹਦੇ ਵਿੱਚ ਪੰਜਾਬ ਦਾ ਪਾਣੀ ਗੈਰ ਰਾਈਪੇਰੀਅਨ ਸਟੇਟਾਂ ਨੂੰ ਦੇਣਾ ਮੰਨਿਆ ਗਿਆ ਹੋਵੇ। ਇਹ 2004 ਦੇ ਵਿੱਚ ਹੋਇਆ ਜੀ, ਜਦੋਂ ਇਹ ਜਿਹੜਾ ਪੰਜਾਬ ਵਾਟਰਸ ਟਰਮੀਨੇਸ਼ਨ ਐਕਟ 2004 ਪਾਸ ਹੋਇਆ। ਦੇਸ਼ ਪੰਜਾਬ ਦੇ ਅਣਖੀ ਲੋਕਾਂ ਨੂੰ ਘਸਿਆਰੇ ਬਣਾ ਉਹਨਾਂ ਦੀ ਆਵਾਜ਼ ਨੂੰ ਹਮੇਸ਼ਾ ਲਈ ਬੰਦ ਕਰਨ ਖਾਤਰ ਵਿਪਰਵਾਦੀ ਸਰਮਾਏਦਾਰ ਤਾਕਤਾਂ ਆਪਣੇ ਆਖਰੀ ਹਮਲੇ ਦੀ ਪੂਰੀ ਤਿਆਰੀ ਕਰ ਚੁੱਕੀਆਂ ਨੇ ਤੇ ਇਸ ਵਾਰ ਦਾ ਇਹ ਹਮਲਾ 5 ਦਰਿਆਵਾਂ ਦੀ ਧਰਤੀ ਤੇ ਹਜ਼ਾਰਾਂ ਸਾਲਾਂ ਤੋਂ ਵਸੀ ਇਸ ਸੱਭਿਅਤਾ ਨੂੰ पूरी तरह तबाह कर दूं। 10 फीट खोदने से नदी मिल जाएगी, मतलब या मतलब इसका हाँ जाएगी नहीं, मिल गई। हरियाणा राजस्थान विचों दी हुंदी हुई गुजरात दे कच्छ इलाके तक पट्टी जा रही ये नदी कोई इतफाक नहीं है, सगों ये तां सरस्वती नूं प्रगट करन दे दंभ हेठ पंजाब दे बचे खुचे पानी नूं निचोड़न दी तैयारी आ। ओ सरस्वती देवी जिस दी हज़ारां सालां तो तां ये कह के पूजा हो रही आ कि वो प्रयाग च गंगा जमुना दे संगम च मिलण वाली तीजी गुप्त नदी आ त्रिवेणी, पर हुण वो अचानक पंजाब दे मोढा प्रगट हुई। ये नदी उस तरफ से आ रही थी, इस तरफ बह रही थी। और इस तरफ बहती हुई कहाँ जा रही है? रान ऑफ कच्छ की तरफ जा रही है। इस तरफ बहती हुई आगे कुरुक्षेत्र से आगे फिर बाकी जगहों से होती हुई एंड में जाके ये रन ऑफ कच्छ में जा रही थी। अच्छा, सरस्वती नदी का जितना भी हमारा ज्ञान है वो बेस्ड है ऋग्वेद पे। ऋग्वेद कहता है कि ये एक ऐसी नदी थी जो बहुत पानी साथ लेके चलती थी, गरजती थी, और इस नदी में पहाड़ों की श्रृंखलाएं जो हैं वो फूलों की तरह बहा करती थी। तो ये एक तरह से एक जियोलॉजिकल फैक्ट है जो ऋग्वेद में कैप्चर किया गया। इस फैक्ट्स को तो कई बार विवाद भी है कि अलग अलग लोगों ने दावा किया कि एक सरस्वती वो है जो प्रयाग वाली सरस्वती है। एक विवाद है कि जो अफगानिस्तान का जो हिस्सा है वहाँ पे भी एक सरस्वती नदी मिलती है, हेलमन सभ्यता जिसको कहते हैं। अगर ये पानी का चैनल है, धरती के भीतर बहुत सारे पानी के चैनल निकल सकते हैं, तो ये सरस्वती ही क्यों है? या सरस्वती है? अगर कोई कहे कि ये सरस्वती के अलावा कुछ और नदी हो सकती है, तो आपका तात्कालिक या प्रमाणिक जवाब क्या हो सकता है? मेरा जवाब ये है कि ये जो नदी है इसके अंदर ये कहना कि ये सरस्वती नहीं है, ये सरस्वती नहीं है का भी वही उत्तर है कि ये सरस्वती है। साडे ਲਈ चिंता ਦਾ विषय ਇਹ नहीं कि ਇੱਥੇ कोई नदी ਹੁੰਦੀ ਸੀ ਜਾਂ नहीं। ਜੇ ਹੁੰਦੀ ਸੀ ਤਾਂ ਉਹ ਸਰਸਵਤੀ ਹੀ ਸੀ ਜਾਂ ਕੋਈ ਹੋਰ। ਸਾਡੇ ਲਈ ਤਾਂ ਚਿੰਤਾ ਇਹ ਹੈ ਕਿ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਕੇ ਅਰਬਾਂ ਦੀ ਲਾਗਤ ਨਾਲ ਪੱਟੀ ਜਾਣ ਵਾਲੀ ਇਸ ਨਦੀ ਨੂੰ ਭਰਨਾ ਕਿਸ ਪਾਣੀ ਨਾਲ ਹੈ? आपके इस ट्रैक के मिलने से इसका सोर्स क्या होता है? तत्कालिक, मतलब तत्कालिक अगर आप ये सोर्स तो इसका जो है वो हायर हिमालयन
ही है, ग्लेशिएटेड ही है। तो कई बार कहा था कि सतलज और यमुना के बीच बहती थी, कई बार कहता था कि सतलज ही इसकी सहायक नदी थी। जब हम सरस्वती की बात करते हैं तो ये चीज उसमें पक्का है कि उसमें पानी बहुत था, और पानी बहुत था तो लॉजिकल कंक्लूजन है कि बहुत सी बड़ी नदियां मिलके इसको बनाती होंगी। तो इसके अंदर जो सरस्वती है, इसके बड़ी नदियां मिलके बनाती हैं, बड़ी नदियां मिलके मतलब ये छोटी नदी थी तभी बड़ी नदियां नहीं नहीं नहीं, हाँ। नहीं नहीं नहीं। ਲੱਖਾਂ ਸਾਲਾਂ ਤੋਂ ਅਲੋਪ ਤੇ ਪਿਆਸੀ ਪਈ ਇਸ ਸਰਸਵਤੀ ਨਦੀ ਨੂੰ ਪ੍ਰਗਟ ਕਰਕੇ ਇਸ ਦੀ ਪਿਆਸ ਬੁਝਾਉਣ ਲਈ ਕਿਹੜੇ ਦਰਿਆਵਾਂ ਦੇ ਰੁੱਖ ਮੋੜੇ ਜਾਣਗੇ? ਉੱਤਰੀ ਭਾਰਤ ਦੇ ਖਾਸ ਕਰਕੇ ਪੰਜਾਬ ਦੇ ਦਰਿਆਵਾਂ ਦਾ ਜਿਹੜਾ ਕੁਦਰਤੀ ਵਹਾਅ ਉਹ ਹਿਮਾਲਿਆ ਤੋਂ ਸਮੁੰਦਰ ਵਾਲੇ ਪਾਸੇ ਨੂੰ ਆ, ਉੱਚੇ ਤੋਂ ਨੀਵੇਂ ਪਾਸੇ ਨੂੰ, ਤੇ ਪਾਣੀ ਕਦੇ ਵੀ ਨੀਵੇਂ ਤੋਂ ਉੱਚੇ ਪਾਸੇ ਨੂੰ ਨਹੀਂ ਲਿਜਾਇਆ ਜਾ ਸਕਦਾ। ਇਸ ਕਰਕੇ ਸਰਸਵਤੀ ਵਿੱਚ ਜੇ ਕਿਸੇ ਦਰਿਆ ਦਾ ਪਾਣੀ ਪਾਇਆ ਜਾ ਸਕਦਾ ਤਾਂ ਉਹ ਸਿਰਫ ਤੇ ਸਿਰਫ ਸਤਲੁਜ ਦਾ, ਹੋਰ ਕੋਈ ਪਾਣੀ ਉਹਦੇ ਵਿੱਚ ਪੈ ਹੀ ਨਹੀਂ ਸਕਦਾ ਸਿਵਾਏ ਸਤਲੁਜ ਦੇ ਪਾਣੀ ਦੇ। सर अगर मान लीजिए वो चैनल आपने खोद दिया, वहाँ पे एक पानी, अभी तो ये पानी नहीं है, तो यानी कि उसमें किसी और चैनल से पानी डालेंगे तो किसी ना किसी जो स्वाभाविक चैनल उसके साथ नाइंसाफी होगी ना, उसको भरने के लिए, टूरिस्ट स्पॉट बनाने के लिए। ਜਿਹੜਾ SYL ਕਨਾਲ ਦਾ ਮੁੱਦਾ ਸੀਗਾ, ਇਹ ਤਾਂ ਉਸ ਤੋਂ ਵੱਡਾ ਇੱਕ ਜਿਹੜਾ ਛੜਯੰਤਰ ਰਚਿਆ ਜਾ ਰਿਹਾ, ਜਿਹਦੇ ਵਿੱਚ ਕੱਲ ਇਹ ਕਿਹਾ ਜਾਊਗਾ ਕਿ ਇਹ ਧਾਰਮਿਕ ਮੁੱਦਾ ਬਣਾਇਆ ਜਾਊਗਾ, ਉਹਦੇ ਵਾਸਤੇ ਪਾਣੀ ਖੋਹਣ ਵਾਸਤੇ ਸਾਰੇ ਮੁਲਕ ਨੂੰ ਤਿਆਰ ਕਰ ਲਿਆ ਜਾਊਗਾ। ਤੇ ਉਹ ਪਾਣੀ ਕਿੱਥੋਂ ਆਊਗਾ? ਉਹ ਪਾਣੀ ਨੈਚੁਰਲੀ ਆ, ਜਿਹੜਾ ਸਾਡੇ ਕੋਲ ਅੱਜ 1.5 ਆਬ ਬਚ ਗਿਆ ਹੈਗਾ, ਉਸ ਦੇ ਵਿੱਚੋਂ ਜਿਹੜਾ ਪਾਣੀ ਹੈਗਾ ਆ ਉਹ ਖੋਹ ਕੇ ਉਹਨਾਂ ਨੇ ਦੇ ਦੇਣਾ। SYL 'ਚ ਕੁੱਲ 3.6 ਮਿਲੀਅਨ ਏਕੜ ਫੁੱਟ ਪਾਣੀ ਛੱਡਣਾ ਸੀ। ਜਦੋਂ 1985 'ਚ SYL ਬਣਨੀ ਰੁਕੀ ਤਾਂ ਉਹਨਾਂ 2.1 ਮਿਲੀਅਨ ਏਕੜ ਫੁੱਟ ਪਾਣੀ ਨੂੰ ਰੋਪੜ ਕੋਲੋਂ ਭਾਖੜਾ ਨਹਿਰ 'ਚ ਪਾਤਾ। ਹੁਣ ਬਚਿਆ 1.5 ਮਿਲੀਅਨ ਏਕੜ ਫੁੱਟ ਪਾਣੀ, ਉਹਦੇ ਵਿੱਚੋਂ 450 ਕਿਊਸਿਕ ਹੁਣ ਫੇਰ 1 ਮਈ 2015 ਨੂੰ ਭਾਖੜਾ ਨਹਿਰ ਦੇ ਕਿਨਾਰਿਆਂ ਨੂੰ 2-2 ਫੁੱਟ ਉੱਚੇ ਕਰਕੇ ਉਹਦੇ 'ਚ ਛੱਡਤਾ। ਹੁਣ ਜਦੋਂ SYL ਦਾ ਬਹੁਤਾ ਪਾਣੀ ਤਾਂ ਪਹਿਲਾਂ ਹੀ ਹਰਿਆਣੇ 'ਚ ਜਾ ਰਿਹਾ ਤਾਂ SYL ਤਾਂ ਕੋਈ ਵੱਡਾ ਮੁੱਦਾ ਰਿਹਾ ਨਾ। ਮੁੱਦਾ ਤਾਂ ਸਰਸਵਤੀ ਆ, ਜਿਹਦੇ ਵਿੱਚ ਬਚਿਆ ਪਾਣੀ ਵੀ ਬਾਹਰ ਚਲੇ ਜਾਣਾ ਵਾ। ਪਰ ਜਿਹੜਾ ਇੱਕ ਮੁੱਦਾ ਹੀ ਧਾਰਮਿਕ ਤੌਰ ਦੇ ਉੱਤੇ ਉਭਾਰਿਆ ਜਾ ਰਿਹਾ, ਉਹਦੇ ਅੰਡਰ ਜਾ ਕੇ ਕਿਸੇ ਵੀ ਦੂਜੇ ਜਗ੍ਹਾ 'ਚ ਰਹਿਣ ਵਾਲੇ ਬੰਦਿਆਂ ਦੀ ਜੈਨੋਸਾਈਡ ਜਿਹੜੀ ਆ, ਮੇਰੇ ਖਿਆਲ ਨਾਲ ਆਰਥਿਕ ਤੇ ਜਿਸਮਾਨੀ ਬੜੀ ਸੌਖੀ ਹੋ ਜਾਂਦੀ ਹੈ। ਹੁਣ ਜੇ ਸਰਸਵਤੀ ਨੂੰ ਪੰਜਾਬ ਦੇ ਰਾਹੀਂ ਪਾਣੀ ਨਾ ਵੀ ਭੇਜ ਸਕੇ ਇਹ, ਤਾਂ ਪਲਾਨ B ਵੀ ਤਿਆਰ ਆ। ਜਿਸ ਤਰੀਕੇ ਨਾਲ ਬਿਆਸ ਦਾ ਪਾਣੀ ਹਿਮਾਚਲ ਦੇ ਵਿੱਚ ਟਨਲਾਂ ਪੱਟ ਕੇ ਤੇ ਉਹਨਾਂ ਨੇ ਸਤਲੁਜ ਦੇ ਵਿੱਚ ਰਲਾਇਆ, ਉਸੇ ਤਰੀਕੇ ਨਾਲ ਹੀ ਸਤਲੁਜ ਦਾ ਪਾਣੀ ਵੀ ਸਰਸਵਤੀ ਤੱਕ ਜਾ ਸਕਦਾ। ਸਰਸਵਤੀ ਹੈਰੀਟੇਜ ਬੋਰਡ ਨੇ ਤਾਂ ਇਹ ਪਲਾਨ ਆਲਰੇਡੀ ਪ੍ਰਪੋਜ਼ ਕਰਤੀ ਆ, ਜਿਹਦੇ ਵਿੱਚ 3 ਡੈਮਾਂ ਦਾ ਉਹਨਾਂ ਜ਼ਿਕਰ ਕੀਤਾ, ਆਦਬਦਰੀ, ਲੋਹਗੜ੍ਹ ਤੇ ਹਰੀਪੁਰ। ਇਹਨਾਂ ਜਗ੍ਹਾ ਤੇ ਡੈਮ ਬਣਾ ਕੇ ਪਾਣੀ ਦੇ ਬਹਾਅ ਨੂੰ ਬਦਲ ਕੇ ਹਿਮਾਚਲ ਵਿੱਚੋਂ ਹੀ ਸਰਸਵਤੀ ਦੇ ਵਿੱਚ ਲਿਜਾਇਆ ਜਾਣਾ। ਪਰ ਇਹ ਹੋਊਗਾ ਗੈਰ ਕਾਨੂੰਨੀ। ਅੰਤਰਰਾਸ਼ਟਰੀ ਕਾਨੂੰਨ ਰਾਹੀਂ ਵੀ ਤੇ ਹਿੰਦੁਸਤਾਨ ਦੇ ਕਾਨੂੰਨ ਰਾਹੀਂ ਵੀ ਇਹ ਪੰਜਾਬੀਆਂ ਨੂੰ ਭੁੱਲਣਾ ਨਹੀਂ ਚਾਹੀਦਾ, ਇਹ ਬਿਲਕੁਲ ਗੈਰ ਕਾਨੂੰਨੀ ਹੋਊਗਾ। ਰਿਪੇਰੀਅਨ ਕਾਨੂੰਨ ਮੁਤਾਬਕ ਹਿਮਾਚਲ ਸਿਰਫ ਆਪਣੀਆਂ ਜ਼ਰੂਰਤਾਂ ਲਈ ਆਪਣੇ ਹਿੱਸੇ ਦਾ ਪਾਣੀ ਵਰਤ ਸਕਦਾ, ਪਰ ਉਹ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕ ਕੇ ਜਾਂ ਬਦਲ ਕੇ ਗੈਰ ਰਿਪੇਰੀਅਨ ਸਟੇਟਾਂ ਨੂੰ ਨਹੀਂ ਦੇ ਸਕਦਾ, ਕਿਉਂਕਿ ਉਸ ਪਾਣੀ ਤੇ ਹੱਕ ਲੋਅਰ ਰਿਪੇਰੀਅਨ ਰਾਜ ਦਾ ਹੁੰਦਾ, ਜਾਣੀ ਕਿ ਪੰਜਾਬ ਦਾ। ਪਰ ਭਾਰਤੀ ਸਰਕਾਰ ਨੇ ਸੰਵਿਧਾਨ ਦੀਆਂ ਧੱਜੀਆਂ ਉਡਾ ਪੰਜਾਬ ਦੇ ਇਸ ਹੱਕ ਤੇ ਡਾਕਾ ਮਾਰਿਆ। ਔਰ ਜੇਕਰ ਆਪਾਂ ਇਹਦੇ ਬਾਰੇ ਨਾ ਖਿਆਲ ਕੀਤਾ ਜਾਂ ਅੱਜ ਨਾ ਬੋਲੇ ਤਾਂ ਇਹ ਪੱਕੀ ਗੱਲ ਹੈ ਕਿ ਪਾਣੀ ਉਹਨਾਂ ਨੇ ਫਿਰ ਲੈ ਵੀ ਜਾਣਾ ਆ, ਤੇ ਅਸੀਂ ਨੁਕਸਾਨ ਵੀ ਜਿਹੜਾ ਕਦੀ ਵੀ ਨਹੀਂ, ਅਸੀਂ ਪਿਛਲੀ ਹਿਸਟਰੀ 'ਚ ਨਹੀਂ ਕਰਾਇਆ, ਇਸ ਤੋਂ ਵੀ ਕਿਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਦੀ ਸੋਚਿਆ ਨਹੀਂ ਹੋਊਗਾ, ਉਹੋ ਜਿਹਾ ਨੁਕਸਾਨ ਹੋਊਗਾ। ਹੋਰ ਪਾਣੀ ਦੀ ਤਾਂ ਗੱਲ ਛੱਡੋ, ਜੇ ਅਸੀਂ ਆਪਣਾ ਪਹਿਲਾ ਜਾਂਦਾ ਪਾਣੀ ਨਾ ਰੋਕਿਆ ਤਾਂ ਪੰਜਾਬ ਨੂੰ ਰੇਗਿਸਤਾਨ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਤੇ ਇਸ ਲੁੱਟ ਨੂੰ ਰੋਕਣ ਲਈ ਸਾਨੂੰ 1966 ਦੇ ਰੀਆਰਗੇਨਾਈਜੇਸ਼ਨ ਐਕਟ ਤੇ 2004 ਦੇ ਟਰਮੀਨੇਸ਼ਨ ਆਫ ਵਾਟਰ ਐਕਟ ਦੀ ਧਾਰਾ 5
ਉਸ ਨੂੰ ਮੁੱਢੋਂ ਰੱਦ ਕਰਨਾ ਪਊ। ਪੰਜਾਬ ਦੇ ਜਿਹੜੇ ਸਿਆਸੀ ਨੇਤਾ ਆ ਕਦੀ ਵੀ ਇਹਨਾਂ ਕਲੌਜ਼ਸ ਨੂੰ 78, 79, 80 ਨੂੰ ਰੱਦ ਕਰਾਉਣ ਦੀ ਮੰਗ ਨਹੀਂ ਕਰਦੇ ਸੈਂਟਰ ਸਰਕਾਰ ਤੋਂ, ਜਦ ਕਿ ਅਸਲੀ ਪੁਆੜੇ ਦੀ ਜੜ ਇਹ ਕਲੌਜ਼ਸ ਆ ਇਸ ਸਾਰੇ ਦਰਿਆਈ ਪਾਣੀਆਂ ਦੇ ਝਗੜੇ ਦੀ। ਪੰਜਾਬ ਦੀ ਬਿਜਲੀ ਦੇ ਜੋ ਬਿਜਲੀ ਦੂਸਰੀਆਂ ਸਟੇਟਾਂ ਨੂੰ ਜਾ ਰਹੀ ਆ, ਜਾਂ ਪੰਜਾਬ ਦੇ ਜਿਹੜੇ ਹੈੱਡ ਵਰਕਸ ਨੇ ਦਰਿਆਵਾਂ ਦੇ ਉੱਤੇ ਬਣੇ ਹੋਏ, ਉਹ ਸਾਰੀਆਂ ਜਿਹੜੀਆਂ ਡੈਮਾਂ ਦੇ ਜੋ ਵੀ ਆਪਣਾ ਨਹਿਰਾਂ ਨੇ ਪੰਜਾਬ ਦੇ ਵਿੱਚ, ਸਾਰਾ ਇਹ ਕਲੌਜ਼ਸ ਉਹਦੇ 'ਤੇ ਸੈਂਟਰ ਕੰਟਰੋਲ ਕਰਦਾ ਜੀ। ਇਹ ਜਿਹੜੀਆਂ ਕਲੌਜ਼ਸ ਜਿੰਨੀ ਦੇਰ ਤੱਕ ਅਮੈਂਡ ਨਹੀਂ ਹੁੰਦੀਆਂ ਜਾਂ ਡਿਲੀਟ ਨਹੀਂ ਹੁੰਦੀਆਂ, ਪੰਜਾਬ ਦੇ ਜਿਹੜੇ ਦਰਿਆਈ ਪਾਣੀਆਂ ਦਾ ਕੋਈ ਸੋਲੂਸ਼ਨ ਨਹੀਂ ਨਿਕਲਣਾ। If we want to avoid future violence, we have to start to question the state and its actions. ਗੱਲ ਇੰਪੋਰਟੈਂਟ ਇਹ ਨਹੀਂ ਹੁੰਦੀ ਵੀ ਤੁਸੀਂ ਸਰਕਾਰ ਦੇ ਖਿਲਾਫ ਲੜਦੇ ਹੋ ਕਿ ਨਹੀਂ ਲੜਦੇ, ਗੱਲ ਇਹ ਹੈ ਤੁਸੀਂ ਲੜਦੇ ਕਿਹੜੇ ਪੈਂਤੜੇ ਤੋਂ। ਇਨੀਸ਼ੀਏਟਿਵ ਤੁਹਾਡੇ ਕੋਲੇ ਹੈ ਕਿ ਤੁਹਾਡੇ ਵਿਰੋਧੀ ਕੋਲੇ ਹੈ, ਉਹ ਤੁਹਾਨੂੰ ਕਿਵੇਂ ਖਿਡਾਉਣਾ ਚਾਹੁੰਦਾ ਹੈ, ਕਿਉਂਕਿ ਵਾਰ ਦਾ ਤਾਂ ਪਹਿਲਾ ਅਸੂਲ ਹੀ ਇਹ ਹੈ ਵੀ ਜਿਵੇਂ ਉਹ ਲੜਨਾ ਚਾਹੁੰਦਾ ਉਵੇਂ ਨਹੀਂ, ਜਿਵੇਂ ਅਸੀਂ ਲੜਨਾ ਚਾਹੁੰਦੇ ਅਸੀਂ ਲੜਨਾ। ਜੇਕਰ ਅਸੀਂ ਪੰਜਾਬੀ ਇੱਕ ਮੁੱਠ ਨਾ ਹੋਏ, ਚਾਹੇ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਚਾਹੇ ਪੰਜਾਬ ਤੋਂ ਬਾਹਰ ਰਹਿੰਦੇ ਹਾਂ, ਸਾਡਾ ਕੋਈ ਵੀ ਧਰਮ ਹੋਵੇ, ਸਾਡੀ ਕੋਈ ਵੀ ਆਰਥਿਕ ਦਸ਼ਾ ਹੋਵੇ, ਸਾਨੂੰ ਅੱਜ ਖੜਨ ਦੀ ਲੋੜ ਆ, ਗੱਲਬਾਤ ਕਰਨ ਦੀ ਲੋੜ ਆ, ਨਹੀਂ ਤਾਂ ਭਵਿੱਖ ਵਿੱਚ ਅਸੀਂ ਬੇਆਬ ਹੋ ਜਾਵਾਂਗੇ, ਫਿਰ ਸਾਨੂੰ ਪਛਤਾਉਣਾ ਹੀ ਪਊਗਾ। ਦੇਸ਼ ਪੰਜਾਬ ਜਿਸ ਦੀ ਹੋਂਦ ਹੀ ਇਸ ਤੇ ਆਬਾਂ ਕਰਕੇ ਹੈ, ਜਦ ਇਸ ਦੀ ਰੂਹ ਇਸ ਦੇ ਪਾਣੀ ਹੀ ਨਾ ਰਹੇ ਤਾਂ ਬੰਜਰ ਹੋਈ ਇਸ ਧਰਤੀ ਦੀ ਨਾ ਤਾਂ ਕੋਈ ਬੋਲੀ ਬਚਣੀ ਹੈ ਨਾ ਕੋਈ ਵਿਰਸਾ। ਔਰ ਇੱਥੇ ਜਿਹੜੇ ਰਹਿਣ ਵਾਲੇ ਲੋਕ ਹੈਗੇ ਆ, ਉਹਨਾਂ ਨੂੰ ਆਪਣਾ ਘਰ-ਬਾਰ ਸਮੇਟ ਕੇ ਕਿਤੇ ਪਾਣੀ ਦੀ ਭਾਲ ਦੇ ਵਿੱਚ, ਰੋਟੀ ਦੀ ਭਾਲ ਦੇ ਵਿੱਚ ਹੋਰਨਾਂ ਜਗ੍ਹਾ 'ਤੇ ਪ੍ਰਵਾਸ ਕਰਨਾ ਪਊਗਾ। ਔਰ ਜਿਹੜੀ ਸਾਡੀ ਇਹ ਗੁਰੂਆਂ ਦੀ ਧਰਤੀ ਹੈ, ਜਿਹਦੇ ਨਾਲ ਸਾਡਾ ਪਿਆਰ ਆ, ਉਹ ਜਿਹੜੀ ਹੈਗੀ ਆ ਉੱਥੋਂ ਦੇ ਰਹਿਣ ਵਾਲੇ ਜਿਹੜੇ ਵਸਨੀਕ ਨੇ, ਉਹ ਕਿਸੇ ਨਾ ਕਿਸੇ ਦਿਨ ਫਿਰ ਆਪਾਂ ਮਿਊਜ਼ੀਅਮ 'ਚ ਦੇਖਿਆ ਕਰਾਂਗੇ ਕਿ ਇਹੋ ਜਿਹੇ ਪੰਜਾਬੀ ਸੀਗੇ, ਇਹੋ ਜਿਹਾ ਇਹਨਾਂ ਦਾ ਕਲਚਰ ਸੀਗਾ, ਇੱਦਾਂ ਦਾ ਰੰਗਲਾ ਪੰਜਾਬ ਸੀਗਾ। ਉਹ ਰੰਗ ਰੂੰਗ ਖਤਮ ਹੋ ਜਾਣੇ ਆ, ਇੱਕੋ ਹੀ ਰੰਗ ਰਹਿ ਜਾਣਾ, ਉਹ ਮਿੱਟੀ ਦਾ, ਉਹ ਰੇਗਿਸਤਾਨ ਬਣ ਜੂਗਾ। ਪੰਜਾਬ ਦਾ ਹਜ਼ਾਰਾਂ ਸਾਲਾਂ ਦਾ ਇਤਿਹਾਸ ਆ, ਕੋਈ 100-200 ਸਾਲ ਦੀ ਗੱਲ ਨਹੀਂ। ਇਹਨੇ ਵੱਡੇ ਵੱਡੇ ਜਾਵਰਾਂ ਦੇ ਮੂੰਹ ਮੋੜੇ ਨੇ। ਇਹ ਇਸ ਮਿੱਟੀ ਦੀ, ਇਸ ਪਾਣੀ ਦੀ ਖਾਸੀਅਤ ਆ। ਨਿਸ਼ਾਨਾ ਵੀ ਇਹਨੂੰ ਇਸੇ ਕਰਕੇ ਬਣਾਇਆ ਜਾ ਰਿਹਾ ਕਿ ਇਸ ਧਰਤੀ ਨੂੰ ਹੀ ਉਜਾੜ ਦਿਓ। ਜੇਕਰ ਅਸੀਂ ਆਪਣੇ ਪੰਜਾਬ ਦੇ ਪਾਣੀ ਨੂੰ ਨਾ ਬਚਾ ਸਕੇ, ਸਾਡਾ ਜਿਹੜਾ ਨਾਂ ਪੰਜ ਆਬੀ ਜਾਂ ਪੰਜ ਆਬ ਤੋਂ ਬਣਿਆ ਆ, ਜਿਹੜਾ ਕਿ ਅੱਜ 1.5 ਆਬ 'ਤੇ ਖੜਾ ਆ, ਇਹ ਆਬ ਜਦੋਂ ਸਾਡੇ ਕੋਲ ਨਾ ਰਿਹਾ ਤਾਂ ਸਾਡੀ ਹੋਂਦ ਵੀ ਇਸ ਦੁਨੀਆ ਤੋਂ ਮੁੱਕ ਜਾਊਗੀ। ਤੇ ਇਸ ਵਾਰ ਦਾ ਇਹ ਹਮਲਾ ਆਖਰੀ ਹੋ ਨਿਬੜੂ ਜੇ ਅਸੀਂ ਕੁਤਾਹੀ ਕਰ ਗਏ। ਵਿਛੜੇ ਹਾਣੀ ਲੱਭੇ ਅੱਜ ਵੀ ਬਾਤ ਸੁਣਾਉਂਦਾ ਰੋ ਪੈ ਤਾਰੀ ਤੇ ਰਮਜ਼ਾਨੀ ਦੀ। ਇੱਕ ਬਲਦਾਂ ਦੀ ਜੋੜੀ ਦੇ ਨਾਲ ਇੱਕ ਤਲਵਾਰ ਕਮਾਨੀ ਦੀ, ਇੱਕ ਬਲਦਾਂ ਦੀ ਜੋੜੀ ਦੇ ਨਾਲ ਇੱਕ ਤਲਵਾਰ ਕਮਾਨੀ ਦੀ, ਇੱਕ ਬਲਦਾਂ ਦੀ ਤਲਵਾਰ ਕਮਾਨੀ ਦੀ। ਕਿੰਨੀ ਵਾਰੀ ਧਰਤ ਮੇਰੀ ਏ ਗਈ ਲਹੂ ਨਾਲ ਰੰਗੀ, ਇੱਕ ਸੁਪਨੇ ਦੀ ਲਾਸ਼ ਫੇਰ ਵੀ ਸੂਲੀ ਉੱਤੇ ਟੰਗੀ। ਆਖਰ ਨੂੰ ਇਹ ਕੀਮਤ ਪਈ ਪੰਜਾਬ ਤੇਰੀ ਕੁਰਬਾਨੀ ਦੀ। ਇੱਕ ਬਲਦਾਂ